सत श्री अकाल दोस्तों, स्वागत है थोड़ा फतेह सर जी एस क्लासेस ਦੇ YouTube ਚੈਨਲ ਤੇ। ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਕਰੰਟ ਅਫੇਅਰ ਦੀ ਸੀਰੀਜ਼ ਦਾ ਪਾਰਟ ਨੰਬਰ 7। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸੀਰੀਜ਼ ਦੇ ਵਿੱਚ ਅਸੀਂ ਲਾਸਟ 6 ਮੰਥ ਦੇ ਕਰੰਟ ਅਫੇਅਰ ਕਵਰ ਕਰ ਰਹੇ ਹਾਂ ਤੇ ਇਹ ਜੋ ਕਰੰਟ ਅਫੇਅਰ ਨੇ ਬਹੁਤ ਹੀ ਇੰਪੋਰਟੈਂਟ ਨੇ। ਜੋ PPSC ਦਾ ਐਗਜ਼ਾਮ ਹੈ, ਜਿਵੇਂ ਕਿ ਨੈਬ ਤਹਿਸੀਲਦਾਰ ਦੀ ਗੱਲ ਕਰੀਏ ਉਹ ਆਉਣ ਵਾਲਾ ਹੈ। ਉਸ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਆਊਗਾ, ਉਹਦੇ ਲਈ ਵੀ, ਅਤੇ ਜੋ ਵੀ ਪੰਜਾਬ ਪੁਲਿਸ ਦੇ ਜੋ ਐਗਜ਼ਾਮ ਲੇਟੈਸਟ ਆਉਣ ਵਾਲੇ ਨੇ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਇਹ ਕਰੰਟ ਸੀਰੀਜ਼ ਹੈ। ਇਹ ਜੋ ਸਾਡਾ ਸੋਰਸ ਹੈ ਇਸ ਕਰੰਟ ਅਫੇਅਰ ਦੀ ਸੀਰੀਜ਼ ਦਾ ਹਿੰਦੂ ਨਿਊਜ਼ਪੇਪਰ ਹੈ, ਉਸ ਤੋਂ ਅਸੀਂ ਕੁਝ ਨਿਊਜ਼ ਕਵਰ ਕੀਤੀਆਂ ਨੇ। ਦਾ ਇੰਡੀਅਨ ਐਕਸਪ੍ਰੈਸ ਹੈ ਅਤੇ ਹੋਰ ਜੋ ਵੀ ਪੰਜਾਬ ਦੀਆਂ, ਜਿਵੇਂ ਕਿ ਦਾ ਟ੍ਰਿਬਿਊਨ ਨੂੰ ਲੈ ਕੇ ਇਹਨਾਂ ਨਿਊਜ਼ਪੇਪਰਾਂ ਦੇ ਵਿੱਚ ਜੋ ਵੀ ਇੰਪੋਰਟੈਂਟ ਨਿਊਜ਼ ਨੇ ਉਹਨਾਂ ਨੂੰ ਅਸੀਂ ਕਵਰ ਕੀਤਾ ਆ। ਉਹਨਾਂ ਨਿਊਜ਼ ਨੂੰ ਦੋ ਤਰ੍ਹਾਂ ਕਵਰ ਕੀਤਾ ਗਿਆ ਆ। ਇੱਕ ਤਾਂ ਅਸੀਂ ਪਲੱਸ ਉਹਦਾ ਸਟੈਟਿਕ ਪਾਰਟ ਕਵਰ ਕੀਤਾ ਆ, ਪਲੱਸ ਉਹਦਾ ਕਰੰਟ ਪਾਰਟ, ਮੀਨਸ ਕਰੰਟ ਜਿਸ ਕਰਕੇ ਉਹ ਨਿਊਜ਼ ਦੇ ਵਿੱਚ ਨੇ ਉਸ ਕਰਕੇ, ਅਤੇ ਉਸ ਨਿਊਜ਼ ਦਾ ਸਟੈਟਿਕ ਪਾਰਟ ਵੀ ਕਵਰ ਕੀਤਾ ਆ। ਜਿਵੇਂ ਕਿ ਜੇ ਅਸੀਂ ਟ੍ਰੈਂਡ ਦੇਖੀਏ PPSC ਦਾ ਕੁਝ ਸਮੇਂ ਤੋਂ, ਤਾਂ ਉਹ ਕਰੰਟ ਦੇ ਵਿੱਚ ਜੋ ਵੀ ਨਿਊਜ਼ ਚੱਲਦੀ ਉਹਦਾ ਸਟੈਟਿਕ ਪਾਰਟ ਜ਼ਰੂਰ ਪੁੱਛਦੇ ਆ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਜੋ ਵੀ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਦਾ ਆ ਉਸ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਆ ਕਰੋ, ਠੀਕ ਹੈ। ਜਿਵੇਂ ਕਿ ਸਾਡੇ ਇਸ ਸੀਰੀਜ਼ ਦੀ ਟੈਗਲਾਈਨ ਕੀ ਆ, ਇਸ ਤੋਂ ਬਾਹਰ ਕੁਝ ਵੀ ਨਹੀਂ, ਇਹ ਸਾਡੀ ਟੈਗਲਾਈਨ ਹੈ ਇਸ ਸੀਰੀਜ਼ ਦੀ। ਅਸੀਂ ਇਸ ਤਰ੍ਹਾਂ ਕਰੰਟ ਅਫੇਅਰ ਕਵਰ ਕਰ ਰਹੇ ਹਾਂ ਕਿ ਜਿੰਨੇ ਵੀ ਐਗਜ਼ਾਮ ਆਉਣ ਵਾਲੇ ਆ PPSC ਦੇ, ਜਿਵੇਂ ਮੈਂ ਹੁਣੇ ਦੱਸ ਕੇ ਹਟਿਆ, ਚਾਹੇ ਉਹ PCS ਦੀ ਗੱਲ ਕਰੀਏ ਆਪਾਂ, ਨੈਬ ਤਹਿਸੀਲਦਾਰ, ਕੋਆਪਰੇਟਿਵ ਦੀ ਜਾਂ ਪੁਲਿਸ ਦੀ ਗੱਲ ਕਰੀਏ, ਉਹਦੇ ਵਿੱਚੋਂ ਜਿਹੜੇ ਕਰੰਟ ਅਫੇਅਰ ਆਉਣਗੇ ਉਹ ਆਪਾਂ 90% ਤੱਕ ਕਵਰ ਕਰਨੇ ਆ ਸਾਡੀ ਇਸ ਸੀਰੀਜ਼ ਤੋਂ, ਠੀਕ ਹੈ। ਤਾਂ ਇਸ ਕਰਕੇ ਧਿਆਨ ਨਾਲ ਪੜ੍ਹਿਓ, ਬਹੁਤ ਹੀ ਇੰਪੋਰਟੈਂਟ ਸੀਰੀਜ਼ ਆ ਇਹ। ਸਟੈਟਿਕ ਤੇ ਕਰੰਟ ਦੋਨੇ ਆਪਣੇ ਕਵਰ ਹੁੰਦੇ ਆ ਇਸ ਪੂਰੀ ਦੀ ਪੂਰੀ ਸੀਰੀਜ਼ ਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜੇ ਤੁਹਾਨੂੰ ਇਸ ਜੋ ਮੇਰੀ ਕਰੰਟ ਅਫੇਅਰ ਦੀ ਸੀਰੀਜ਼ ਚੱਲ ਰਹੀ ਹੈ ਇਹਦੇ ਤੁਹਾਨੂੰ PDF ਦੀ ਲੋੜ ਆ, ਤਾਂ ਤੁਸੀਂ ਮੇਰੇ ਟੈਲੀਗ੍ਰਾਮ ਦੇ ਚੈਨਲ 'ਤੇ, ਜਿਸ ਦਾ ਨਾਮ ਹੈ ਫਤਿਹ ਸਰ, ਉਸ 'ਤੇ ਜਾਓ, ਉਸ 'ਤੇ ਜਾ ਕੇ ਕਲਿੱਕ ਕਰੋ, ਉਸ ਨੂੰ ਜੁਆਇਨ ਕਰੋ, ਅਤੇ ਤੁਹਾਨੂੰ ਉਸ ਚੈਨਲ 'ਤੇ ਇਸ ਲੈਕਚਰ ਦੀਆਂ ਅਤੇ ਇਸ ਤੋਂ ਪੁਰਾਣੇ ਜੋ ਵੀ ਲੈਕਚਰ ਨੇ ਜਾਂ ਹੋਰ ਵੀ ਜੋ ਇੰਪੋਰਟੈਂਟ ਸਟੱਡੀ ਮਟੀਰੀਅਲ ਹੁੰਦਾ ਹੈ ਪੰਜਾਬ ਦੇ ਐਗਜ਼ਾਮ ਦੇ ਲਈ, ਉਹ ਮੈਂ ਉੱਥੇ ਡਾਟਾ ਅਪਲੋਡ ਕਰਦਾ ਰਹਿਣਾ। ਹਾਂਜੀ, ਆਪਣਾ ਅੱਜ ਦਾ ਪਹਿਲਾ ਕਰੰਟ ਅਫੇਅਰ ਹੈ ਲੋਕ ਅਦਾਲਤ। ਲੋਕ ਅਦਾਲਤਾਂ ਨਿਊਜ਼ ਦੇ ਵਿੱਚ ਸੀਗੀਆਂ। ਦੇਖੋ ਜੀ, ਜਿਹੜੀਆਂ ਲੋਕ ਅਦਾਲਤਾਂ ਆ ਉਹ ਕਿਉਂ ਨਿਊਜ਼ ਦੇ ਵਿੱਚ ਆ, ਕਿਉਂਕਿ ਇਹ ਇੱਕ ਸਟੱਡੀ ਹੋਈ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਲੋਕ ਅਦਾਲਤਾਂ ਇੱਕ ਕਾਫੀ ਇੰਪੋਰਟੈਂਟ ਰੋਲ ਪਲੇ ਕਰ ਰਹੀਆਂ ਨੇ ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਦੇ ਲਈ। ਮਤਲਬ ਜੇ ਕਿਤੇ ਡਿਸਪਿਊਟ ਆ, ਕੋਈ ਕਿਸੇ ਦਾ ਰੌਲਾ ਆ, ਤਾਂ ਉਹਨੂੰ ਸੁਲਝਾਉਣ ਦੇ ਲਈ ਲੋਕ ਅਦਾਲਤਾਂ ਇੱਕ ਬੜਾ ਹੀ ਇੰਪੋਰਟੈਂਟ ਰੋਲ ਪਲੇ ਕਰ ਰਹੀਆਂ ਨੇ। 2021 ਦੀ ਜੇ ਆਪਾਂ ਗੱਲ ਕਰੀਏ, 2021 ਦੀ, ਤਾਂ ਇਸ ਸਾਲ ਦੇ ਵਿੱਚ ਲਗਭਗ 1.2 ਕਰੋੜ ਕੇਸਿਸ, ਜਿਹੜੇ 1.2 ਕਰੋੜ ਕੇਸ ਆ, ਉਹ ਲੋਕ ਅਦਾਲਤਾਂ ਨੇ ਕਵਰ ਕੀਤੇ ਆ। ਇਹਨਾਂ ਦੇ ਵਿੱਚ ਕਾਫੀ ਐਡਵਾਂਸ ਟੈਕਨੋਲੋਜੀ ਨੂੰ ਵੀ ਯੂਜ਼ ਕੀਤਾ ਗਿਆ, ਜਿਵੇਂ ਕਿ ਆਪਾਂ ਲੋਕ ਅਦਾਲਤ ਦੀ ਗੱਲ ਕਰੀਏ, ਤੇ ਲੋਕ ਅਦਾਲਤ ਅਤੇ ਐਡਵਾਂਸ ਟੈਕਨੋਲੋਜੀ ਦਾ ਯੂਜ਼ ਕਰਕੇ ਅਸੀਂ ਡੋਰ ਸਟੈਪ ਤੱਕ ਪਹੁੰਚ ਗਏ ਆ। ਮੀਨਸ ਹਰੇਕ ਦੇ ਘਰ ਦੇ ਨੇੜੇ ਤੱਕ ਪਹੁੰਚ ਗਏ, ਜਾਂ ਆਪਾਂ ਕਹਦੇ ਘਰ ਤੱਕ ਪਹੁੰਚ ਗਏ, ਕਿਉਂਕਿ ਜਿਹੜੀ ਔਨਲਾਈਨ ਹੀਅਰਿੰਗ ਹੁੰਦੀ ਆ ਉਹ ਲੋਕ ਅਦਾਲਤ 'ਚ ਹੁੰਦੀ ਆ। ਅਸੀਂ ਹਰੇਕ ਦੇ ਘਰ ਤੱਕ ਪਹੁੰਚ ਕੇ ਉਹਨੂੰ ਜਸਟਿਸ ਪ੍ਰੋਵਾਈਡ ਕੀਤਾ ਆ। ਜੇ ਆਪਾਂ ਲੋਕ ਅਦਾਲਤ ਟਰਮ ਦੀ ਗੱਲ ਕਰੀਏ ਤਾਂ ਮੀਨਿੰਗ ਹੁੰਦਾ ਪੀਪਲਜ਼ ਕੋਰਟ, ਆਮ ਲੋਕਾਂ ਦਾ ਕੋਰਟ। ਇਹ ਬੇਸਡ ਕਰਤੇ ਆ ਗਾਂਧੀਨ ਪ੍ਰਿੰਸੀਪਲ 'ਤੇ। ਜੇ ਆਪਾਂ DPSP ਦੀ ਗੱਲ ਕਰਦੇ ਹਾਂ, DPSP, ਠੀਕ ਹੈ, ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋ ਕਿ ਜੋ DPSP ਆ ਉਹ ਪੋਲਿਟੀ ਦੇ ਜਿਹੜਾ ਆਪਣਾ ਕੌਨਸਟੀਟਿਊਸ਼ਨ ਆ ਉਹਦੇ ਕਿਹੜੇ ਪਾਰਟ ਦੇ ਵਿੱਚ ਆ, ਠੀਕ ਹੈ। ਇੱਕ ਤਾਂ ਤੁਸੀਂ ਪਾਰਟ ਦੱਸਣਾ, ਦੂਜਾ ਇਹਦੇ ਆਰਟੀਕਲਸ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਆਰਟੀਕਲਸ ਨੇ, ਥਰਡ ਅਸੀਂ ਇਹ ਕਿੱਥੋਂ ਬੋਰੋ ਕੀਤਾ ਆ, ਠੀਕ ਆ। ਇਹ 3-4 ਕੁਐਸਚਨ ਨੇ, ਤੁਸੀਂ ਦੱਸਣੇ, ਇਹਨਾਂ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਓ ਜੀ। ਚਲੋ ਅੱਗੇ ਚੱਲਦੇ ਹਾਂ। ਗਾਂਧੀਨ ਪ੍ਰਿੰਸੀਪਲ 'ਤੇ ਡਿਪੈਂਡ ਆ ਇਹ। ਇੱਕ ਕਾਫੀ ਵਧੀਆ ਇੱਕ ਅਲਟਰਨੇਟਿਵ ਮੰਨਿਆ ਗਿਆ ਆ ਡਿਸਪਿਊਟ ਰੈਜ਼ੋਲੂਸ਼ਨ ਦਾ, ਬਹੁਤ ਹੀ ਵਧੀਆ ਕੰਪੋਨੈਂਟ ਮੰਨਿਆ ਗਿਆ ਆ, ਜੋ ਕਿ ਡਿਲੀਵਰ ਕੀ ਕਰਦਾ ਜੀ, ਜਸਟਿਸ, ਕਿ ਇਹਨਾਂ ਨੂੰ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕੀਤਾ ਜਾਂਦਾ ਹੈ ਲੋਕ ਅਦਾਲਤਾਂ ਦੇ ਜ਼ਰੀਏ। ਜੇ ਆਪਾਂ ਲੋਕ ਅਦਾਲਤ ਦੀ ਗੱਲ ਕਰੀਏ, ਸਭ ਤੋਂ ਪਹਿਲੀ ਵਾਰ ਜਿਹੜੀ ਲੋਕ ਅਦਾਲਤ ਆ ਉਹ ਕਦੋਂ ਸਟਾਰਟ ਹੋਈ ਸੀ, ਉਹਦਾ ਕੈਂਪੇਨ ਸਟਾਰਟ ਕੀਤਾ ਗਿਆ ਸੀਗਾ ਗੁਜਰਾਤ ਦੇ ਵਿੱਚ 1982 ਦੇ ਵਿੱਚ। ਇੱਥੋਂ ਕੁਐਸਚਨ ਬਣ ਜਾਂਦਾ ਕਿ ਸਭ ਤੋਂ ਪਹਿਲੀ ਲੋਕ ਅਦਾਲਤ ਕਿੱਥੇ ਲਾਈ ਗਈ ਸੀ, ਉਹ ਸੀਗੀ ਜੀ ਗੁਜਰਾਤ ਦੇ ਵਿੱਚ 1982 ਦੇ ਵਿੱਚ। ਇਹ ਵੋਲੰਟਰੀ ਲਾਈ ਗਈ ਸੀਗੀ, ਵਿਦਾਊਟ ਸਟੈਚੂਟਰੀ ਬੈਕਿੰਗ, ਇਹਦੇ ਪਿੱਛੇ ਕੋਈ ਵੀ ਲਾਅ ਨਹੀਂ ਸੀਗਾ, ਕੋਈ ਕਾਨੂੰਨ ਨਹੀਂ ਸੀਗਾ, ਵੈਸੇ ਹੀ ਇਹ ਵੋਲੰਟਰੀ ਲਾਈ ਗਈ ਸੀ। ਜਦੋਂ ਇਹ ਰਿਜ਼ਲਟ ਦੇਖੇ ਗੌਰਮੈਂਟ ਨੂੰ ਲੱਗਾ ਕਿ ਰਿਜ਼ਲਟ ਕਾਫੀ ਵਧੀਆ ਨੇ, ਉਸ ਤੋਂ ਬਾਅਦ ਇਹਨੂੰ ਇੱਕ ਸਟੈਚੂਟਰੀ ਸਟੇਟਸ ਦਿੱਤਾ ਗਿਆ, ਮੀਨਸ ਇਹਦੇ ਲਈ ਇੱਕ ਲਾਅ ਬਣਾਇਆ ਗਿਆ। ਜੇ ਆਪਾਂ ਉਸ ਲਾਅ ਦੀ ਗੱਲ ਕਰਦੇ ਹਾਂ, ਲਾਅ ਕੀ ਆ, ਲੀਗਲ ਸਰਵਿਸ ਅਥਾਰਟੀ ਐਕਟ 1897। ਜਿਹੜੀਆਂ ਉਸ ਤੋਂ ਬਾਅਦ ਲੋਕ ਅਦਾਲਤਾਂ ਬਣੀਆਂ ਉਹ ਇਸ ਐਕਟ ਦੇ ਅੰਡਰ ਬਣਾਈਆਂ ਗਈਆਂ ਸੀਗੀਆਂ। ਆਪਾਂ ਜੇ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਜਿਹੜੀਆਂ ਆਰਗੇਨਾਈਜੇਸ਼ਨ ਨੇ, ਜਿਵੇਂ ਕਿ ਆਪਾਂ ਕਰੀਏ ਸਟੇਟ, ਡਿਸਟ੍ਰਿਕਟ ਜਾਂ ਲੀਗਲ ਸਰਵਿਸ ਅਥਾਰਟੀ ਹੋ ਗਈ, ਸੁਪਰੀਮ ਕੋਰਟ, ਹਾਈ ਕੋਰਟ, ਜਿਹੜੀਆਂ ਹੋ ਗਈਆਂ ਲੀਗਲ ਸਰਵਿਸ ਕਮੇਟੀਜ਼ ਹੋ ਗਈਆਂ, ਇਹ ਆਰਗੇਨਾਈਜ਼ ਕਰ ਸਕਦੀਆਂ ਲੋਕ ਅਦਾਲਤਾਂ ਨੂੰ। ਜਨਰਲ ਜਿਹੜੀ ਲੋਕ ਅਦਾਲਤ ਹੁੰਦੀ ਆ ਉਹਦੇ ਵਿੱਚ ਕੌਣ-ਕੌਣ ਆਫੀਸਰ ਹੁੰਦੇ ਆ,
ਇੱਕ ਤਾਂ ਹੋਊਗਾ ਜੁਡੀਸ਼ੀਅਲ ਆਫੀਸਰ, ਉਹ ਐਜ਼ ਆ ਚੇਅਰਮੈਨ ਹੋਊਗਾ। ਜਦੋਂ ਇਹ ਕੀ ਆ ਜੀ, ਜਦੋਂ ਕਿਤੇ ਲੋਕ ਅਦਾਲਤਾਂ ਲੱਗਣਗੀਆਂ ਉਹਨੂੰ ਹੈੱਡ ਕਰਨ ਦੇ ਲਈ ਜਿਹੜਾ ਚੇਅਰਮੈਨ ਹੋਊਗਾ ਉਹ ਹੋਊਗਾ ਉੱਥੋਂ ਦਾ ਜੁਡੀਸ਼ੀਅਲ ਆਫੀਸਰ। ਇੱਕ ਲਾਇਰ ਐਡਵੋਕੇਟ ਦੀ ਗੱਲ ਕਰਦੇ ਹਾਂ, ਜਾਂ ਇੱਕ ਸੋਸ਼ਲ ਵਰਕਰ ਦੀ ਗੱਲ ਕਰੀਏ, ਇਹ ਇਹਦੇ ਮੈਂਬਰ ਹੋਣਗੇ ਨਾਲ, ਠੀਕ ਹੈ। ਤਾਂ 3 ਤਰ੍ਹਾਂ ਦੇ ਮੈਂਬਰ ਹੋਣਗੇ, ਇੱਕ ਹੋਊਗਾ ਚੇਅਰਮੈਨ, 2 ਹੋਣਗੇ ਮੈਂਬਰ। ਇਹਨਾਂ ਦਾ ਯਾਦ ਰੱਖਿਓ ਕੌਣ ਕੀ ਹੋਊਗਾ। ਉਸ ਤੋਂ ਬਾਅਦ ਇੱਕ ਹੋਰ ਅਥਾਰਟੀ ਹੈ ਸਾਡੇ ਕੋਲ, ਜਾਂ ਬੋਡੀ ਦੀ ਗੱਲ ਕਰੀਏ, ਜਿਹਦਾ ਨਾਮ ਹੈਗਾ ਨਾਲਸਾ, NALSA, ਜਿਹਦੀ ਫੁੱਲ ਫਾਰਮ ਦੇਖੀਏ ਆਪਾਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ। ਇਹਦਾ ਵੀ ਕੀ ਕੰਮ, ਇਹਨੇ ਲੋਕ ਅਦਾਲਤਾਂ ਨੂੰ ਕੰਡਕਟ ਕਰਨਾ। ਇੱਕ ਇੱਦਾਂ ਦਾ ਇੰਸਟੀਟਿਊਸ਼ਨ ਆ ਜਿਹੜਾ ਕਿ ਲੀਗਲ ਸਰਵਿਸ ਇੰਸਟੀਟਿਊਸ਼ਨ ਦੀ ਹੈਲਪ ਦੇ ਨਾਲ ਲੋਕ ਅਦਾਲਤਾਂ ਨੂੰ ਕੰਡਕਟ ਕਰਦਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੀ ਨਾਲਸਾ, ਇਹ ਕਦੋਂ ਬਣਾਇਆ ਗਿਆ? ਨਾਲਸਾ ਨੂੰ ਜੇ ਕੌਂਸਟੀਟਿਊਟ ਕੀਤਾ ਗਿਆ ਸੀਗਾ 1987 ਦੇ ਵਿੱਚ ਹੀ। ਜਿਹੜਾ ਆਪਾਂ ਲਾਅ ਬਣਾਇਆ ਸੀ ਲੀਗਲ ਸਰਵਿਸ ਅਥਾਰਟੀ ਐਕਟ, ਉਸੇ ਐਕਟ ਦੇ ਅੰਡਰ ਹੀ ਆਪਾਂ ਇਹਨਾਂ ਨੂੰ ਬਣਾਇਆ ਗਿਆ ਸੀਗਾ। ਅਤੇ ਨਾਲਸਾ ਕਦੋਂ ਫੋਰਸ ਦੇ ਵਿੱਚ ਕਦੋਂ ਆਇਆ ਸੀਗਾ? 9 ਨਵੰਬਰ 1995 ਦੇ ਵਿੱਚ। ਨਾਲਸਾ ਇੱਕ ਉਹ ਬੋਡੀ ਆ, ਉਹ ਆਰਗੇਨਾਈਜੇਸ਼ਨ ਆ ਜਿਹੜੀ ਕਿ ਲੋਕ ਅਦਾਲਤਾਂ ਨੂੰ ਕੰਡਕਟ ਕਰਦੀ ਆ, ਠੀਕ ਆ। ਲੀਗਲ ਸਰਵਿਸ ਅਥਾਰਟੀ ਐਕਟ ਜਿਹੜਾ 1987 ਆ, ਉਹਨੂੰ ਉਸ ਤੋਂ ਬਾਅਦ ਅਮੈਂਡ ਕੀਤਾ ਗਿਆ 2002 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਗਿਆ ਕਿ ਲੋਕ ਅਦਾਲਤਾਂ ਨੂੰ ਪਰਮਾਨੈਂਟ ਕਰ ਦਿੱਤਾ ਗਿਆ, ਠੀਕ ਆ। ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਦੇਖੀਏ ਤਾਂ ਸਾਡੇ ਕੋਲ ਲੋਕ ਅਦਾਲਤਾਂ ਪਰਮਾਨੈਂਟ ਨੇ, ਠੀਕ ਹੈ। ਕਾਫੀ ਇੰਪੋਰਟੈਂਟ ਸੀਗੀ। ਹੁਣ ਆਪਾਂ ਪਾਵਰਸ ਦੀ ਗੱਲ ਕਰਦੇ ਹਾਂ ਕਿ ਲੋਕ ਅਦਾਲਤਾਂ ਕੋਲ ਪਾਵਰਸ ਕੀ ਨੇ, ਕਿ ਇਹ ਜਿਹੜੇ ਨੋਰਮਲ ਕੋਰਟ ਹੁੰਦੇ ਆ, ਜਿਵੇਂ ਆਪਾਂ ਕਹਿ ਦਈਏ ਡਿਸਟ੍ਰਿਕਟ ਕੋਰਟ ਜਾਂ ਜਿਹੜੇ ਆਪਣੇ ਤਹਿਸੀਲ ਕੋਰਟ ਹੁੰਦੇ ਆ, ਕਿ ਉਹਨਾਂ ਜਿੰਨੀ ਪਾਵਰ ਇਹਨਾਂ ਕੋਲ ਹੁੰਦੀ ਆ। ਪਾਵਰਸ ਦੀ ਗੱਲ ਕਰੀਏ ਤਾਂ ਲੋਕ ਅਦਾਲਤਾਂ ਦੇ ਕੋਲ ਸੇਮ ਪਾਵਰ ਹੁੰਦੀ ਆ ਜੋ ਕਿ ਇੱਕ ਸਿਵਲ ਕੋਰਟ ਦੇ ਕੋਲ ਹੁੰਦੀ ਆ, ਅਤੇ ਇਹਨੂੰ ਪਾਵਰ ਵੀ ਉਸੇ ਤੋਂ ਮਿਲਦੀ ਆ ਜਿਹੜਾ ਲਾਅ ਹੈਗਾ ਆਪਣੇ ਕੋਲੇ ਕੋਡ ਆਫ ਸਿਵਲ ਪ੍ਰੋਸੀਜਰ, ਇਸੇ ਕੋਡ 1908, ਇਸੇ ਕੋਡ ਤੋਂ ਹੀ ਇਸੇ ਆਪਣਾ ਜਿਹੜਾ ਐਕਟ ਆ, ਇਸੇ ਤੋਂ ਹੀ ਇਸ ਲੋਕ ਅਦਾਲਤਾਂ ਨੂੰ ਪਾਵਰ ਮਿਲਦੀ ਆ। ਜਿਹੜੀਆਂ ਵੀ ਪ੍ਰੋਸੀਡਿੰਗ ਹੁੰਦੀਆਂ ਲੋਕ ਅਦਾਲਤ ਦੀਆਂ, ਜਿਵੇਂ ਆਪਾਂ ਗੱਲ ਕਰੀਏ ਕਿ ਜੁਡੀਸ਼ੀਅਲ ਪ੍ਰੋਸੀਡਿੰਗ ਹੋ ਗਈ, ਉਹਦਾ ਮੀਨਿੰਗ ਕਿੱਥੋਂ ਲਿਆ ਜਾਂਦਾ, ਜਾਂ ਆਪਾਂ ਕਹਦੇ ਉਹ ਕਿਤੇ ਡਿਪੈਂਡ ਹੁੰਦੀ ਆ? ਇੰਡੀਅਨ ਪੀਨਲ ਕੋਡ 'ਤੇ। ਜੋ ਵੀ ਧਾਰਾਵਾਂ ਨੇ ਉਹ ਇੰਡੀਅਨ ਪੀਨਲ ਕੋਡ ਦੀਆਂ ਹੁੰਦੀਆਂ ਆ, ਅਤੇ ਇਹ ਇੱਕ ਸਿਵਲ ਕੋਰਟ ਦੀ ਤਰ੍ਹਾਂ ਹੀ ਕੰਮ ਕਰਦਾ ਆ, ਜੋ ਕਿ ਪਾਵਰ ਵੀ ਕਿੱਥੋਂ ਲੈਂਦੇ ਆ? ਕੋਡ ਆਫ ਕ੍ਰਿਮੀਨਲ ਪ੍ਰੋਸੀਜਰ। ਤਾਂ ਜਿਵੇਂ ਆਪਾਂ ਗੱਲ ਕਰ ਲਈਏ ਕਿ ਲੋਕ ਅਦਾਲਤਾਂ ਸੇਮ ਇੱਦਾਂ ਹੁੰਦੀਆਂ ਆ ਜੋ ਇੱਕ ਨਾਰਮਲ ਕੋਰਟ ਹੁੰਦਾ ਆ, ਅਤੇ ਜੋ ਵੀ ਇਹ ਅਵਾਰਡ ਦਊਗਾ, ਜੋ ਵੀ ਇਹਨੇ ਡਿਸੀਜ਼ਨ ਦੇਤਾ, ਅਵਾਰਡ ਮੀਨਸ ਡਿਸੀਜ਼ਨ, ਉਹ ਫਾਈਨਲ ਹੋਊਗਾ ਅਤੇ ਬਾਈਂਡਿੰਗ ਹੋਊਗਾ। ਇਹ ਬਹੁਤ ਇੰਪੋਰਟੈਂਟ ਗੱਲ ਹੈ, ਇੱਥੋਂ ਕੁਐਸਚਨ ਬਣਦਾ ਹੁੰਦਾ। ਜੋ ਵੀ ਇਹਦਾ ਅਵਾਰਡ ਹੋਊਗਾ ਉਹ ਜਿਹੜੀਆਂ ਪਾਰਟੀਜ਼ ਹੋਣਗੀਆਂ ਉਹਨਾਂ 'ਤੇ ਫਾਈਨਲ ਆ ਅਤੇ ਬਾਈਂਡਿੰਗ, ਉਹਨਾਂ ਨੂੰ ਮੰਨਣਾ ਹੀ ਪਊਗਾ, ਅਤੇ ਉਹ ਇਸ ਤੋਂ ਬਾਅਦ ਕਿਤੇ ਅਪੀਲ ਵੀ ਨਹੀਂ ਕਰ ਸਕਦੇ। ਕੋਈ ਵੀ ਅਪੀਲ ਦਾ ਜੂਰਿਸਡਿਕਸ਼ਨ ਨਹੀਂ ਹੈਗਾ ਲੋਕ ਅਦਾਲਤਾਂ ਦੇ ਅਵਾਰਡ ਦਾ। ਇਸੇ ਕਰਕੇ ਇਹਨਾਂ ਨੇ ਜਲਦੀ ਕੇਸਾਂ ਨੂੰ ਨਿਪਟਾ ਦਿੰਦੀਆਂ, ਠੀਕ ਆ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆਪਣੀ ਅਸਮ ਅਤੇ ਮੇਘਾਲਿਆ ਦੇ ਰਿਲੇਟਡ। ਅਸਮ ਅਤੇ ਮੇਘਾਲਿਆ ਦਾ ਜਿਹੜਾ ਬਾਰਡਰ ਡਿਸਪਿਊਟ ਚੱਲ ਰਿਹਾ, ਸਾਨੂੰ ਪਤਾ ਕਾਫੀ ਜ਼ਿਆਦਾ ਬਾਰਡਰ ਡਿਸਪਿਊਟ ਚੱਲ ਰਿਹਾ ਅਸਮ ਅਤੇ ਮੇਘਾਲਿਆ ਦਾ। ਮੇਘਾਲਿਆ ਨੇ ਹੁਣੇ 50th ਸਟੇਟਹੁੱਡ ਡੇ ਸੈਲੀਬ੍ਰੇਟ ਕੀਤਾ ਸੀਗਾ 21 ਜਨਵਰੀ ਨੂੰ। ਉਸ 'ਤੇ ਹੋਮ ਮਿਨਿਸਟਰ ਨੇ ਇਹ ਉਮੀਦ ਕੀਤੀ ਸੀਗੀ ਕਿ ਜੋ ਫਾਈਨਲ ਐਗਰੀਮੈਂਟ ਹੋ ਜਾਊਗਾ ਬਿਟਵੀਨ ਅਸਮ ਅਤੇ ਮੇਘਾਲਿਆ, ਅਤੇ ਜੋ ਡਿਸਪਿਊਟ ਚੱਲ ਰਿਹਾ 6 ਏਰੀਆ ਦਾ 6 ਏਰੀਆਜ਼, ਉਹ ਖਤਮ ਹੋ ਜਾਊਗਾ, ਠੀਕ ਆ। ਜੇ ਆਪਾਂ ਗੱਲ ਕਰੀਏ ਅਸਮ ਅਤੇ ਮੇਘਾਲਿਆ ਦੀ, ਤਾਂ ਇਹ ਦੋਨੋਂ ਜਾਣੇ ਬਾਰਡਰ ਸ਼ੇਅਰ ਕਰਦੇ ਆ 885 ਕਿਲੋਮੀਟਰ ਦਾ ਬਾਰਡਰ ਆ। ਉਹਦੇ ਬਾਰਡਰ ਦੇ ਵਿੱਚ 12 ਪੁਆਇੰਟ ਇੱਦਾਂ ਦੇ ਨੇ ਜਿਹੜੇ ਕਿ ਡਿਸਪਿਊਟਡ ਏਰੀਆਜ਼ ਨੇ, ਜਿੱਥੇ ਇਹਨਾਂ ਦਾ ਰੌਲਾ ਚੱਲਦਾ ਆ। ਮੇਘਾਲਿਆ ਜਿਹੜਾ ਆ ਉਹ ਅਸਮ ਦੇ ਵਿੱਚੋਂ ਹੀ ਬਣ ਗਿਆ ਸੀਗਾ, ਜਾਣੀ ਪਹਿਲਾਂ ਅਸਮ ਹੁੰਦੀ ਸੀਗੀ ਸਟੇਟ, ਉਹਨੂੰ ਹੀ ਕੱਟ ਕੇ ਅਸੀਂ ਮੇਘਾਲਿਆ ਬਣਾਇਆ ਆ, ਅਤੇ ਇਹ ਬਣਿਆ ਸੀਗਾ 1971 ਦੇ ਵਿੱਚ। ਐਕਟ ਕਿਹੜਾ ਸੀਗਾ ਆਪਣੇ ਕੋਲੇ? ਅਸਮ ਰੀਆਰਗੇਨਾਈਜੇਸ਼ਨ ਐਕਟ 1971। ਉਦੋਂ ਬਾਅਦ ਹੀ ਇਹਨਾਂ ਦਾ ਰੌਲਾ ਚੱਲ ਰਿਹਾ ਸੀਗਾ ਕੁਛ ਜਗ੍ਹਾ ਨੂੰ ਲੈ ਕੇ। ਜੇ ਆਪਾਂ ਮੈਪ ਦੇਖੀਏ ਇਹਦਾ, ਅਸਮ ਦਾ, ਮੇਘਾਲਿਆ ਦਾ ਅਤੇ ਨਾਰਥ ਈਸਟਰਨ ਦਾ ਪੂਰਾ ਮੈਪ ਬਹੁਤ ਇੰਪੋਰਟੈਂਟ ਆ। ਇਹ ਮੈਪ ਸਾਡੇ ਨਾਰਥ ਈਸਟ ਇੰਡੀਆ ਦਾ, ਠੀਕ ਆ। ਇੱਥੇ ਜਿੰਨੀਆਂ ਵੀ ਸਟੇਟ ਨੇ ਬਹੁਤ ਇੰਪੋਰਟੈਂਟ ਨੇ। ਇੱਕ ਦੋ ਕੰਟਰੀਆਂ ਮੈਂ ਦੱਸਦਾ, ਜਿਵੇਂ ਕਿ ਆਪਾਂ ਇੱਥੋਂ ਗੱਲ ਕਰਦੇ ਹਾਂ ਜੀ, ਇਸ ਸਾਈਡ 'ਤੇ ਸਾਡੇ ਕੋਲ ਮਿਆਂਮਾਰ ਕੰਟਰੀ ਆ, ਜਿਹੜੀ ਇੱਥੇ ਬੰਗਲਾਦੇਸ਼ ਕੰਟਰੀ ਆ, ਇੱਥੇ ਆਪਣੇ ਕੋਲ ਹੈਗਾ ਜੀ ਭੂਟਾਨ ਕੰਟਰੀ, ਅਤੇ ਉੱਪਰ ਹੈਗਾ ਚਾਈਨਾ। ਇਹਦੀਆਂ ਨੇਬਰਿੰਗ ਕੰਟਰੀਜ਼ ਹੋ ਗਈਆਂ। ਸਟੇਟ ਦੀ ਗੱਲ ਕਰੀਏ, ਅਸਮ, ਅਰੁਣਾਚਲ ਪ੍ਰਦੇਸ਼ ਆ ਇੱਥੇ ਆਪਣੇ ਕੋਲ, ਨਾਗਾਲੈਂਡ ਆ, ਮਣੀਪੁਰ ਆ, ਮਿਜ਼ੋਰਮ ਆ, ਅਤੇ ਤ੍ਰਿਪੁਰਾ ਆ, ਠੀਕ ਆ। ਇਹਦੇ ਨਾਲ ਹੁਣ ਆਪਾਂ ਉਹ ਦੇਖਦੇ ਹਾਂ ਕਿ ਕਿਹੜੀ ਸਟੇਟ ਦਾ ਰੌਲਾ ਆ, ਅਤੇ ਉਹਨਾਂ ਦਾ ਇਸ਼ੂ ਕੀ ਆ, ਇਹਨਾਂ ਦੀਆਂ ਕੈਪੀਟਲ ਸਿਟੀ ਕੀ ਆ। ਚੰਗੀ ਤਰ੍ਹਾਂ ਆਪਾਂ ਜਿਹੜਾ ਇਹ ਏਰੀਆ ਇਹਨੂੰ ਧਿਆਨ ਨਾਲ ਦੇਖਾਂਗੇ, ਇੱਥੋਂ ਕਈ ਵਾਰ ਕੁਐਸਚਨ ਬਣਦਾ। ਅਸਮ ਦੇਖੀਏ ਤਾਂ ਅਸਮ ਆ ਰਿਹਾ ਜੀ, ਠੀਕ ਹੈ। ਇਸ ਦਾ ਰੌਲਾ ਹੈਗਾ ਆ ਮੇਘਾਲਿਆ ਦੇ ਨਾਲ, ਮੇਘਾਲਿਆ ਆ ਰਿਹਾ। ਅਸਮ ਦੀ ਜਿਹੜੀ ਕੈਪੀਟਲ ਆ ਹੈਗੀ ਗੁਹਾਟੀ, ਅਤੇ ਮੇਘਾਲਿਆ ਦੀ ਕੈਪੀਟਲ ਸਿਟੀ ਹੈਗਾ ਸ਼ਿਲੌਂਗ। ਇਹਦੇ ਨਾਲ ਸਿੱਕਿਮ ਦੀ ਕੈਪੀਟਲ ਸਿਟੀ ਗੰਗਟੋਕ, ਇਹ ਵੀ ਯਾਦ ਕਰਨਾ। ਅਰੁਣਾਚਲ ਦੀ ਹੈਗੀ ਆ ਈਟਾਨਗਰ। ਉਸ ਦੇ ਨਾਲ ਹੀ ਸਾਡੇ ਕੋਲ ਨਾਗਾਲੈਂਡ ਆ, ਇਹਦੀ ਕੋਹਿਮਾ ਆ। ਮਣੀਪੁਰ ਦੀ ਇੰਫਾਲ ਆ, ਮਿਜ਼ੋਰਮ ਦੀ ਐਜ਼ਾਈਵਲ ਆ, ਅਤੇ ਤ੍ਰਿਪੁਰਾ ਦੀ ਹੈਗੀ ਆ ਅਗਰਤਲਾ। ਇਹਨਾਂ ਦੀਆਂ ਕੈਪੀਟਲ ਸਿਟੀ ਵੀ ਯਾਦ ਰੱਖਿਓ। ਅਸਮ ਦਾ ਇਸ਼ੂ, ਅਸਮ ਕਿਹੜੀ ਸਟੇਟ ਦੇ ਨਾਲ ਆਪਣਾ ਬਾਰਡਰ ਸ਼ੇਅਰ ਕਰਦਾ ਆ? ਅਰੁਣਾਚਲ ਦੇ ਨਾਲ ਕਰਦਾ, ਨਾਗਾਲੈਂਡ ਦੇ ਨਾਲ ਕਰਦਾ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ,
ਮੇਘਾਲਿਆ ਅਤੇ ਵੈਸਟ ਬੰਗਾਲ, ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਨਾਲ ਅਸਮ ਆਪਣਾ ਬਾਰਡਰ ਸ਼ੇਅਰ ਕਰਦਾ। ਕਲੀਅਰ ਆ? ਚਲੋ, ਉਮੀਦ ਆ ਤੁਸੀਂ ਮੈਪ ਨੂੰ ਧਿਆਨ ਨਾਲ ਦੇਖਿਆ ਹੋਊਗਾ। ਹੋਰ ਵੀ ਜੋ ਇੰਪੋਰਟੈਂਟ ਚੀਜ਼ਾਂ ਨੇ ਇਸ ਏਰੀਏ ਦੀਆਂ, ਜੇ ਤੁਸੀਂ ਆਪਣੇ ਰੂਮ ਦੇ ਵਿੱਚ ਮੈਪ ਲਗਾਇਆ ਆ ਤਾਂ ਉਹਨੂੰ ਜ਼ਰੂਰ ਧਿਆਨ ਨਾਲ ਦੇਖ ਲਓ। ਨੈਕਸਟ ਚੱਲਦੇ ਆਪਾਂ। ਨੈਕਸਟ ਨਿਊਜ਼ ਆਪਣੇ ਕੋਲੇ ਕ੍ਰਿਸ਼ਨਾ ਵਾਟਰ ਡਿਸਪਿਊਟ, ਜਿਹੜੀ ਕ੍ਰਿਸ਼ਨਾ ਰਿਵਰ ਆ ਉਹਦਾ ਵਾਟਰ ਡਿਸਪਿਊਟ ਚੱਲ ਰਿਹਾ ਆ। ਇਸੇ ਵਾਟਰ ਡਿਸਪਿਊਟ ਨੂੰ ਲੈ ਕੇ ਜਿਹੜਾ ਵਾਟਰ ਡਿਸਪਿਊਟ ਸੀਗਾ 1969 ਦੇ ਵਿੱਚ ਇੱਕ ਅਥਾਰਟੀ ਬਣਾਈ ਗਈ ਸੀ ਜਿਹਦਾ ਨਾਮ ਸੀਗਾ KWDT, ਜਿਹਦੀ ਫੁੱਲ ਫਾਰਮ ਆਪਣੇ ਕੋਲੇ ਕ੍ਰਿਸ਼ਨਾ ਵਾਟਰ ਡਿਸਪਿਊਟ ਟ੍ਰਿਬਿਊਨਲ। ਇਸ ਟ੍ਰਿਬਿਊਨਲ ਜਿਹੜਾ ਬਣਿਆ ਸੀਗਾ ਇਹ ਕਿਸੇ ਐਕਟ ਦੇ ਅੰਡਰ ਬਣਿਆ ਸੀਗਾ। ਉਹ ਐਕਟ ਕਿਹੜਾ ਆਪਣੇ ਕੋਲੇ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਐਕਟ 1956 ਇੱਕ ਐਕਟ ਆ। ਇਸ ਐਕਟ ਦੇ ਅੰਡਰ ਹੀ ਇਹ ਟ੍ਰਿਬਿਊਨਲ ਬਣਿਆ ਸੀਗਾ, ਜਿਹਨੇ ਆਪਣੀ ਰਿਪੋਰਟ ਜਮ੍ਹਾਂ ਕਰਵਾਈ ਸੀਗੀ, ਰਿਪੋਰਟ ਪਬਲਿਸ਼ ਕੀਤੀ ਸੀਗੀ 1973 ਦੇ ਵਿੱਚ। 4 ਸਾਲ ਲਾਏ ਸੀਗੇ ਨੇ ਆਪਣੀ ਰਿਪੋਰਟ ਤਿਆਰ ਕਰਨ ਦੇ ਲਈ। ਉਸ ਤੋਂ ਬਾਅਦ ਸੈਕੰਡ ਟ੍ਰਿਬਿਊਨਲ ਫਿਰ ਬਣਿਆ ਸੀਗਾ ਕ੍ਰਿਸ਼ਨਾ ਤੇ ਹੀ, ਉਹ ਬਣਿਆ ਸੀਗਾ 2004 ਦੇ ਵਿੱਚ। ਇਹਨੇ ਆਪਦੀ ਰਿਪੋਰਟ ਡਿਲੀਵਰ ਕੀਤੀ ਸੀਗੀ 2010 ਦੇ ਵਿੱਚ, ਤੇ 2010 ਦੇ ਵਿੱਚ ਇਹਨੇ ਕੀ ਕਿਹਾ ਸੀਗਾ, ਇਹਨੇ ਕਿਹਾ ਸੀਗਾ ਜਿਹੜਾ ਵਾਟਰ ਆ ਉਹਨੂੰ ਇਸ ਤਰੀਕੇ ਨਾਲ ਵੰਡਿਆ ਗਿਆ ਕਿ ਜਿਹੜਾ 81 TMC ਵਾਟਰ ਆ ਉਹ ਮਿਲੂਗਾ ਮਹਾਰਾਸ਼ਟਰ ਨੂੰ। ਜੇ ਆਪਾਂ TMC ਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ TMC ਦੀ ਫੁੱਲ ਫਾਰਮ ਆਪਣੇ ਕੋਲ ਹੈਗੀ ਆ 1000 ਮਿਲੀਅਨ ਕਿਊਬਿਕ ਫੀਟ। ਠੀਕ ਆ, ਯਾਦ ਕਰ ਲਿਓ 1000 ਮਿਲੀਅਨ ਕਿਊਬਿਕ ਫੀਟ। ਹੁਣ ਮੈਂ TMC ਹੀ ਯੂਜ਼ ਕਰੂੰਗਾ। ਜੇ ਆਪਾਂ ਕਰਨਾਟਕਾ ਦੀ ਗੱਲ ਕਰੀਏ, ਕਰਨਾਟਕਾ ਨੂੰ 177 TMC ਵਾਟਰ ਮਿਲਿਆ। ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ 190 TMC। ਇਹ ਵਾਟਰ ਡਿਸਟਰੀਬਿਊਟ ਕਰ ਦਿੱਤਾ ਗਿਆ ਸੀਗਾ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕ੍ਰਿਸ਼ਨਾ ਰਿਵਰ ਦਾ। ਉਸ ਤੋਂ ਬਾਅਦ ਆਪਾਂ ਕੌਂਸਟੀਟਿਊਸ਼ਨਲ ਪ੍ਰੋਵੀਜ਼ਨ ਦੇਖਦੇ ਹਾਂ ਵਾਟਰ ਡਿਸਪਿਊਟ ਨੂੰ ਲੈ ਕੇ ਕੀ ਆ। ਆਰਟੀਕਲ 262 ਇੱਕ ਕੌਂਸਟੀਟਿਊਸ਼ਨ ਦੇ ਨਾਲ ਰਿਲੇਟਡ ਆ। ਇਹਦੇ ਵਿੱਚ ਕੀ ਲਿਖਿਆ ਗਿਆ ਕਿ ਕੌਂਸਟੀਟਿਊਸ਼ਨ ਨੇ ਇਹ ਕਿਹਾ ਆ ਕਿ ਜੋ ਵੀ ਵਾਟਰ ਡਿਸਪਿਊਟ ਇਸ਼ੂ ਹੋਊਗਾ ਇੰਟਰ ਸਟੇਟ ਵਾਟਰ ਡਿਸਪਿਊਟ, ਉਹ ਆਰਟੀਕਲ 262 ਦੇ ਅੰਡਰ ਆਊਗਾ। ਬਹੁਤ ਇੰਪੋਰਟੈਂਟ ਆ, ਇਹਨੂੰ ਸਟਾਰ ਮਾਰਕ ਕਰ ਲਓ। ਇਸੇ ਆਰਟੀਕਲ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜਿਹੜਾ ਪਾਰਲੀਮੈਂਟ ਆ ਉਹਦੇ ਕੋਲ ਪਾਵਰ ਆ ਕਿ ਉਹ ਇਦਾਂ ਦੇ ਲਾਅ ਬਣਾ ਸਕਦੀ ਆ ਤਾਂ ਕਿ ਉਹ ਇੰਟਰ ਸਟੇਟ ਵਾਟਰ ਡਿਸਪਿਊਟ ਨੂੰ ਸੋਲਵ ਕਰ ਸਕੇ। ਤੇ ਇਸੇ ਪਾਵਰ ਨੂੰ ਯੂਜ਼ ਕਰਕੇ ਪਾਰਲੀਮੈਂਟ ਨੇ 2 ਐਕਟ ਬਣਾਏ ਸੀਗੇ, ਜਿਹਦਾ ਨਾਮ ਹੈਗਾ ਰਿਵਰ ਬੋਰਡ ਐਕਟ 1956 ਅਤੇ ਦੂਜਾ ਲਾਅ ਹੈ ਸਾਡੇ ਕੋਲ ਇੰਟਰ ਸਟੇਟ ਵਾਟਰ ਡਿਸਪਿਊਟ 1956। ਤੇ ਜਿਹੜਾ ਸੈਕੰਡ ਸਾਡੇ ਕੋਲ ਲਾਅ ਆ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ, ਇਸੇ ਲਾਅ ਨੂੰ ਯੂਜ਼ ਕਰਕੇ ਹੀ ਪਾਰਲੀਮੈਂਟ ਨੇ ਜਿਹੜਾ ਆਪਣੇ ਕੋਲ ਹੈਗਾ ਕ੍ਰਿਸ਼ਨਾ ਵਾਟਰ ਡਿਸਪਿਊਟ ਟ੍ਰਿਬਿਊਨਲ ਬਣਾਇਆ ਸੀ। ਕਲੀਅਰ ਹੋ ਗਿਆ ਹੁਣ ਉਮੀਦ ਆ ਤੁਹਾਨੂੰ। ਤੇ ਜਿਹੜਾ ਸੈਕੰਡ ਐਕਟ ਆ ਉਹਦਾ ਕੰਮ ਕੀ ਆਪਾਂ ਹੁਣ ਦੇਖਦੇ ਹਾਂ। ਜੇ ਆਪਾਂ ਗੱਲ ਕਰੀਏ ਰਿਵਰ ਬੋਰਡ ਐਕਟ ਦੀ, ਇਹ ਐਕਟ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਅਸੀਂ ਕਿਸੇ ਰਿਵਰ ਬੋਰਡ ਨੂੰ ਸਟੈਬਲਿਸ਼ ਕਰਨਾ ਹੋਵੇ। ਸੈਂਟਰ ਗੌਰਮੈਂਟ ਜਦੋਂ ਸਟੈਬਲਿਸ਼ ਕਰਦੀ ਆ, ਮਤਲਬ ਜਦੋਂ ਟ੍ਰਿਬਿਊਨਲ ਨੇ ਕੋਈ ਜੱਜਮੈਂਟ ਦੇ ਦਿੱਤੀ ਆ ਤਾਂ ਉਸ ਜੱਜਮੈਂਟ ਨੂੰ ਇੰਪਲੀਮੈਂਟ ਕਰਨ ਦੇ ਲਈ ਜਿਹੜਾ ਬੋਰਡ ਬਣਾਇਆ ਜਾਂਦਾ ਆ ਉਹ ਰਿਵਰ ਵਾਟਰ ਐਕਟ ਦੇ ਅੰਡਰ ਹੀ ਬਣਾਇਆ ਜਾਂਦਾ। ਤੇ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਕੀ ਕਰਦਾ ਆ, ਇਹ ਬਣਾਊਗਾ ਟ੍ਰਿਬਿਊਨਲ ਜਿਹੜਾ ਕਿ ਜੋ ਡਿਸਪਿਊਟ ਚੱਲ ਰਿਹਾ 2 ਸਟੇਟਾਂ ਦੇ ਵਿੱਚ ਉਹਨੂੰ ਸੋਲਵ ਕਰਨ ਦੇ ਲਈ ਆਪਣਾ ਰੋਲ ਪਲੇ ਕਰਦਾ ਆ। ਇਸ ਆਰਟੀਕਲ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੀ ਪਾਰਲੀਮੈਂਟ ਆ ਉਹਦੇ ਕੋਲ ਇਹ ਵੀ ਪਾਵਰ ਆ ਕਿ ਉਹ ਸੁਪਰੀਮ ਕੋਰਟ ਜਾਂ ਹੋਰ ਕੋਈ ਵੀ ਕੋਰਟ ਆ ਉਹਨੂੰ ਰੋਕ ਸਕਦੀ ਆ ਇੰਟਰਫੇਰੈਂਸ ਕਰਨ ਤੋਂ ਵਾਟਰ ਡਿਸਪਿਊਟ ਦੇ ਵਿੱਚ। ਇਟ ਮੀਨਸ ਕਿ ਜੇ ਕੋਈ ਇਸ਼ੂ ਜਿਵੇਂ ਕੋਈ ਐਕਟ ਬਣਾ ਦਿੱਤਾ ਗਿਆ, ਉਸ ਐਕਟ ਦੇ ਅੰਡਰ ਜਦੋਂ ਕੋਈ ਟ੍ਰਿਬਿਊਨਲ ਬਣ ਗਿਆ ਆ ਤਾਂ ਜੇ ਪਾਰਲੀਮੈਂਟ ਨੇ ਵਿੱਚ ਕਹਿਤਾ ਕਿ ਇਸ ਟ੍ਰਿਬਿਊਨਲ ਦਾ ਹੀ ਡਿਸੀਜਨ ਫਾਈਨਲ ਹੋਊਗਾ, ਜਿਹੜੀਆਂ ਪਾਰਟੀਜ਼ ਨੇ ਜਿਵੇਂ ਸਟੇਟ ਹੋ ਗਈਆਂ ਉਹ ਸੁਪਰੀਮ ਕੋਰਟ ਜਾਂ ਕਿਸੇ ਕੋਰਟ ਵਿੱਚ ਨਹੀਂ ਜਾ ਸਕਦੀਆਂ, ਤਾਂ ਉਹ ਗੱਲ ਸਹੀ ਰਹੂਗੀ। ਠੀਕ ਹੈ, ਤਾਂ ਪਾਰਲੀਮੈਂਟ ਕੋਲ ਇਹ ਵੀ ਪਾਵਰ ਆ ਰਿਲੇਟਡ ਟੂ ਵਾਟਰ ਡਿਸਪਿਊਟ। ਹੁਣ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਲੈਂਦੇ ਹਾਂ ਕ੍ਰਿਸ਼ਨਾ ਰਿਵਰ ਦੇ ਬਾਰੇ। ਕ੍ਰਿਸ਼ਨਾ ਰਿਵਰ ਦੀ ਗੱਲ ਕਰੀਏ ਓਰੀਜਿਨੇਟ ਕਿੱਥੋਂ ਹੁੰਦੀ ਆ, ਇਹ ਮਹਾਬਲੇਸ਼ਵਰ ਤੋਂ, ਮਹਾਰਾਸ਼ਟਰ ਦੀ ਗੱਲ ਆ। ਉਦੋਂ ਬਾਅਦ ਇਹ ਜੇ ਆਪਾਂ ਗੱਲ ਕਰੀਏ ਲੌਂਗੈਸਟ ਰਿਵਰ ਦੇ ਹਿਸਾਬ ਨਾਲ ਤਾਂ ਇਹ ਸੈਕੰਡ ਸਭ ਤੋਂ ਵੱਡੀ ਰਿਵਰ ਆ ਸਾਊਥ ਇੰਡੀਆ ਦੀ। ਗੋਦਾਵਰੀ ਸਭ ਤੋਂ ਵੱਡੀ ਰਿਵਰ ਆ ਸਾਊਥ ਇੰਡੀਆ ਦੀ। ਇਹ ਪਾਸ ਕਰਦੀ ਆ 4 ਸਟੇਟਾਂ ਦੇ ਵਿੱਚੋਂ, ਮਹਾਰਾਸ਼ਟਰਾ, ਕਰਨਾਟਕਾ, ਉਦੋਂ ਬਾਅਦ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼। ਇਹ 4 ਸਟੇਟਾਂ ਨੇ ਜਿੱਥੋਂ ਦੀ ਇਹ ਪਾਸ ਕਰਕੇ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਇਹ ਮਿਲ ਜਾਂਦੀ ਆ ਕ੍ਰਿਸ਼ਨਾ ਰਿਵਰ। ਕੁਝ ਟ੍ਰਿਬਿਊਟਰੀਜ਼ ਨੇ ਕ੍ਰਿਸ਼ਨਾ ਰਿਵਰ ਦੀਆਂ, ਆਪਣੇ ਕੋਲ ਤੁੰਗਭਦਰਾ ਹੈਗੀ ਆ, ਮਾਲਪ੍ਰਭਾ, ਕਿਓਨਾ, ਭੀਮਾ, ਘਾਤਪ੍ਰਭਾ, ਯੇਰਲਾ, ਵਰਣਾ, ਡਿੰਡੀ, ਮੂਸੀ ਐਂਡ ਦੁੱਧਗੰਗਾ। ਇਹ ਕੁਝ ਟ੍ਰਿਬਿਊਟਰੀਜ਼ ਨੇ। ਹੁਣ ਆਪਾਂ ਇਹਨਾਂ ਟ੍ਰਿਬਿਊਟਰੀਜ਼ ਨੂੰ ਮੈਪ ਦੇ ਵਿੱਚ ਵੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਰਹੀ ਜਿਹੜੀ ਸਾਡੇ ਕੋਲ ਕ੍ਰਿਸ਼ਨਾ ਰਿਵਰ, ਜਿੱਥੇ ਮੈਂ ਮਾਰਕ ਲਾਇਆ ਰੈੱਡ ਕਲਰ ਦਾ। ਇਹ ਕ੍ਰਿਸ਼ਨਾ ਰਿਵਰ ਟਰੈਵਲ ਕਰ ਰਹੀ ਆ ਮਹਾਰਾਸ਼ਟਰਾ ਤੋਂ ਹੁੰਦੀ ਹੋਈ ਕਰਨਾਟਕਾ, ਉਸ ਤੋਂ ਬਾਅਦ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਜਾਂਦੀ ਹੈ। ਕੁਛ ਰਿਵਰ ਜਿਵੇਂ ਕਿ ਕਿਓਨ ਰਿਵਰ ਇਹ ਵੀ ਇਹਦੀ ਟ੍ਰਿਬਿਊਟਰੀ ਆ, ਘਾਟਪ੍ਰਭਾ ਇਹ ਵੀ ਇਹਦੀ ਟ੍ਰਿਬਿਊਟਰੀ ਆ, ਮਾਲਪ੍ਰਭਾ ਇਹ ਵੀ ਇਹਦੀ ਟ੍ਰਿਬਿਊਟਰੀ ਆ, ਤੁੰਗਭਦਰਾ ਇਹ ਵੀ ਇਹਦੀ ਟ੍ਰਿਬਿਊਟਰੀ ਆ, ਦਿੰਡੀ ਇਹ ਵੀ ਇਹਦੀ ਟ੍ਰਿਬਿਊਟਰੀ ਆ, ਭੀਮਾ ਹੋ ਗਈ,
मूसी हो गई आ, ये सारी ਦੀਆਂ ਸਾਰੀਆਂ ਇਹਦੀਆਂ ਟ੍ਰਿਬਿਊਟਰੀਜ਼ ਨੇ। ਦੇਖੋ ਟ੍ਰਿਬਿਊਟਰੀਜ਼ ਬਹੁਤ ਇੰਪੋਰਟੈਂਟ ਨੇ, ਯਾਦ ਰੱਖਿਓ ਧਿਆਨ ਨਾਲ, ਠੀਕ ਹੈ ਇਹਨਾਂ ਨੂੰ। ਚਲੋ ਨੈਕਸਟ ਆਪਣੇ ਕੋਲ ਨਿਊਜ਼ ਹੈਗੀ ਆ ਸਟੇਟ ਆਫ ਇੰਡੀਆਜ਼ ਡੈਮ। ਇੰਡੀਆ ਦੇ ਡੈਮਸ ਦੇ ਰਿਲੇਟਡ ਕੋਈ ਆ, ਹੁਣੇ ਕੈਗ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ ਆਪਦੀ। ਕੈਗ ਦੀ ਫੁੱਲ ਫਾਰਮ ਕੀ ਆ ਸਾਡੇ ਕੋਲ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋ ਕਿ ਜਿਹੜਾ ਕੈਗ ਆ ਉਹਦਾ ਆਰਟੀਕਲ ਕਿਹੜਾ ਆ, ਕਿਹੜੇ ਆਰਟੀਕਲ ਨੂੰ ਰਿਲੇਟ ਕਰਦਾ ਕੈਗ, ਠੀਕ ਆ। ਚਲੋ ਕੈਗ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਗਾਂਧੀ ਸਾਗਰ ਡੈਮ ਆ ਜੋ ਕਿ ਚੰਬਲ ਰਿਵਰ 'ਤੇ ਆ ਮੱਧ ਪ੍ਰਦੇਸ਼ ਦੇ ਵਿੱਚ, ਉਹਨੂੰ ਇਮੀਡੀਏਟ ਰਿਪੇਅਰ ਦੀ ਲੋੜ ਆ, ਨੀਡ ਐਨ ਇਮੀਡੀਏਟ ਰਿਪੇਅਰ, ਕਾਫੀ ਜ਼ਿਆਦਾ ਉਹਦੀ ਹਾਲਤ ਖਸਤਾ ਆ। ਹੁਣ ਇਹ ਕਿਉਂ ਇਸ਼ੂ ਬਣ ਗਿਆ ਇੱਦਾਂ ਦਾ, ਕਿਉਂਕਿ ਸਾਡੀ ਕੰਟਰੀ ਦੇ ਵਿੱਚ ਨਾ ਕਿਤੇ ਐਬਸੈਂਸ ਰਹਿੰਦੀ ਆ ਰੈਗੂਲਰ ਚੈੱਕਅਪ ਦੀ। ਆਪਾਂ ਰੈਗੂਲਰਲੀ ਡੈਮ ਨੂੰ ਚੈੱਕ ਨਹੀਂ ਕਰਦੇ, ਜਿਹੜੇ ਇੰਸਟਰੂਮੈਂਟਸ ਹੁੰਦੇ ਆ ਉਹਨਾਂ ਦਾ ਪ੍ਰੋਪਰਲੀ ਕੰਮ ਨਾ ਕਰਨਾ ਅਤੇ ਅਸੀਂ ਧਿਆਨ ਨਾ ਦੇਣਾ। ਅਤੇ ਜਿਹੜੇ ਸਾਡੇ ਡੈਮ ਨੇ ਬਹੁਤ ਪੁਰਾਣੇ ਟਾਈਮ ਤੋਂ ਬਣੇ ਨੇ, ਕਾਫੀ ਚੋਕ ਹੋ ਚੁੱਕੇ ਨੇ, ਇਹਨਾਂ ਦੇ ਵਿੱਚ ਜਿਹੜੀਆਂ ਡਰੇਨਸ ਨੇ ਚੋਕ ਹੋ ਚੁੱਕੀਆਂ ਨੇ। ਇਹਦਾ ਮਤਲਬ ਆ ਕਿ ਅਸੀਂ ਪ੍ਰੋਪਰਲੀ ਡੈਮਸ 'ਤੇ ਧਿਆਨ ਹੀ ਨਹੀਂ ਦੇ ਪਾ ਰਹੇ। ਜੇ ਆਪਾਂ ਗੱਲ ਕਰੀਏ ਡੈਮਸ ਦੀ ਇੰਪੋਰਟੈਂਸ ਕੀ ਆ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚੋਂ ਇੰਡੀਆ ਦਾ 3rd ਰੈਂਕ ਆਉਂਦਾ ਜੀ, ਠੀਕ ਆ। ਵਰਲਡ ਦੇ ਵਿੱਚ 3ਜੇ ਨੰਬਰ 'ਤੇ ਆਉਂਦਾ ਆ ਵਰਲਡ ਦੇ ਹਿਸਾਬ ਡੈਮਸ ਦੇ ਹਿਸਾਬ ਨਾਲ। 2 ਕੰਟਰੀਜ਼ ਹੋਰ ਨੇ ਜਿੱਥੇ ਸਭ ਤੋਂ ਜ਼ਿਆਦਾ ਡੈਮ ਨੇ, 3ਜੇ ਨੰਬਰ 'ਤੇ ਇੰਡੀਆ ਆਉਂਦਾ। ਤਾਂ ਦੇਖੋ ਵਰਲਡ ਦੇ ਵਿੱਚੋਂ ਅਸੀਂ ਕਾਫੀ ਇੱਕ ਵੱਡੀ ਪੋਜੀਸ਼ਨ 'ਤੇ ਆ ਡੈਮ ਬਿਲਡਿੰਗ ਦੇ ਮਾਮਲੇ 'ਚ, ਲੇਕਿਨ ਸਾਡੀ ਕੇਅਰਲੈਸ ਇੰਨੀ ਕਿ ਕਿਸੇ ਉਹਨਾਂ ਦੀ ਰਿਪੇਅਰ ਨਹੀਂ ਕਰ ਪਾ ਰਹੇ ਪ੍ਰੋਪਰਲੀ, ਉਹਨਾਂ ਨੂੰ ਅਸੀਂ ਚੈੱਕ ਨਹੀਂ ਕਰ ਪਾ ਰਹੇ ਕਿ ਕਦੋਂ ਇਹਨਾਂ ਨੂੰ ਲੋੜ ਆ ਰਿਪੇਅਰ ਦੀ। ਥੋੜ੍ਹੀ ਜਿਹੀ ਆਪਾਂ ਡਿਟੇਲ ਦੇਖਦੇ ਹਾਂ ਗਾਂਧੀ ਸਾਗਰ ਡੈਮ ਦੀ। ਜਿਹੜਾ ਗਾਂਧੀ ਸਾਗਰ ਡੈਮ ਆ ਉਹ 1960 ਦੇ ਵਿੱਚ ਬਣਿਆ ਸੀਗਾ, ਅਤੇ ਕਿਹੜੀ ਰੀਵਰ ਦੇ ਉੱਤੇ ਸਾਨੂੰ ਅਸੀਂ ਦੇਖਿਆ ਚੰਬਲ ਰੀਵਰ ਦੇ ਉੱਤੇ ਬਣਿਆ ਹੋਇਆ। ਸਟੇਟ ਕਿਹੜੀ ਹੈ, ਰਾਜਸਥਾਨ। ਇਹਦਾ ਕੰਮ ਕੀ, ਇੱਕ ਤਾਂ ਨੇ ਡਰਿੰਕਿੰਗ ਵਾਟਰ ਪ੍ਰੋਵਾਈਡ ਕਰਨਾ, ਦੂਜਾ ਨੇ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨੀ, ਅਤੇ 115 ਮੈਗਾਵਾਟ ਤੱਕ ਦੀ ਇਲੈਕਟ੍ਰੀਸਿਟੀ ਨੂੰ ਵੀ ਇਹ ਜਨਰੇਟ ਕਰਦਾ ਆ। ਹੁਣ ਆਪਾਂ ਮੈਪ ਦੇ ਵਿੱਚ ਦੇਖਦੇ ਹਾਂ, ਠੀਕ ਹੈ, ਰਾਜਸਥਾਨ ਦੇ ਵਿੱਚ ਬਣਿਆ ਹੋਇਆ ਆ। ਇਹ ਰਿਹਾ ਸਾਡੇ ਕੋਲ ਗਾਂਧੀ ਸਾਗਰ ਡੈਮ, ਠੀਕ ਆ, ਚੰਬਲ ਰੀਵਰ 'ਤੇ ਆ। ਇਹਦੇ ਨਾਲ ਹੀ ਇੱਕ ਹੋਰ ਡੈਮ ਆ ਰਾਣਾ ਪ੍ਰਤਾਪ ਸਾਗਰ ਡੈਮ। ਜਿਹੜਾ ਗਾਂਧੀ ਸਾਗਰ ਡੈਮ ਆ ਇਹ ਸਾਨੂੰ ਮਿਲਦਾ ਆ ਰਾਜਸਥਾਨ ਦੇ ਵਿੱਚ, ਅਤੇ ਰਾਣਾ ਪ੍ਰਤਾਪ ਸਾਗਰ ਡੈਮ ਸਾਨੂੰ ਮਿਲਦਾ ਆ ਮੱਧ ਪ੍ਰਦੇਸ਼ ਦੇ ਵਿੱਚ। ਇੱਕ ਐਕਸਟਰਾ ਡੈਮ ਅਸੀਂ ਨਾਲ ਕਰ ਲਿਆ। ਰੀਵਰ ਕਿਹੜੀ ਆ, ਚੰਬਲ ਰੀਵਰ। ਜਿਹੜੀ ਚੰਬਲ ਰੀਵਰ ਆ ਇਹ ਅੱਗੇ ਜਾ ਕੇ ਮਿਲਦੀ ਆ ਯਮੁਨਾ ਨੂੰ, ਅਤੇ ਯਮੁਨਾ ਰੀਵਰ ਅੱਗੇ ਜਾ ਕੇ ਮਿਲਦੀ ਆ ਗੰਗਾ ਨੂੰ, ਅਤੇ ਉਹਦੀ ਟ੍ਰਿਬਿਊਟਰੀ ਆ। ਉਦੋਂ ਬਾਅਦ ਨੈਕਸਟ ਨਿਊਜ਼ ਆਪਣੇ ਕੋਲ ਰੂਫਟੌਪ ਸੋਲਰ ਪ੍ਰੋਗਰਾਮ। ਰੂਫਟੌਪ ਮੀਨਸ ਜਿਹੜਾ ਛੱਤਾਂ ਉੱਤੇ ਸੋਲਰ ਸਿਸਟਮ ਲੱਗਦਾ ਉਹਦੇ ਰਿਲੇਟਡ ਆ। ਅਕੋਰਡਿੰਗ ਟੂ ਡਾਟਾ ਅਵੇਲੇਬਲ, ਕੁਛ ਡਾਟਾ ਸਾਡੇ ਕੋਲ ਅਵੇਲੇਬਲ ਹੋਇਆ ਵੈਬਸਾਈਟ 'ਤੇ, ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ, ਜਿਹੜੀ ਸਾਡੀ ਮਿਨਿਸਟਰੀ ਆਫ ਰੀਨਿਊਏਬਲ ਐਨਰਜੀ ਆ, ਉਹਨੇ ਵੈਬਸਾਈਟ 'ਤੇ ਕੋਈ ਡਾਟਾ ਪਬਲਿਸ਼ ਕੀਤਾ। ਉਹਨੇ ਕਿਹਾ ਕਿ ਸਾਡੀ ਕੰਟਰੀ ਦੇ ਵਿੱਚ ਜਿਹੜੇ ਰੂਫਟੌਪ ਸੋਲਰ ਨੇ, ਛੱਤ ਉੱਪਰ ਲੱਗੇ ਹੋਏ ਸੋਲਰ ਸਿਸਟਮ ਨੇ, ਉੱਥੋਂ ਅਸੀਂ 6 ਗੀਗਾਵਾਟ ਦੀ ਐਨਰਜੀ ਨੂੰ ਪ੍ਰੋਡਿਊਸ ਕਰਦੇ ਹਾਂ ਐਂਡ ਆਫ ਅਕਤੂਬਰ 2021, ਠੀਕ ਆ। ਇਹਦਾ ਨਿਊਜ਼ ਦਾ ਮਤਲਬ ਕੀ ਆ ਕਿ ਸਾਨੂੰ ਕੁਛ ਡਾਟਾ ਪਤਾ ਲੱਗਾ। ਹੁਣ ਅਸੀਂ ਦੇਖਦੇ ਹਾਂ ਕਿ ਰੂਫਟੌਪ ਸੋਲਰ ਸਿਸਟਮ ਕੀ ਹੁੰਦਾ ਆ। ਇਹ 6 ਗੀਗਾਵਾਟ ਜਿਹੜਾ ਆਪਣੇ ਕੋਲ ਨੰਬਰ ਆ ਇਹ ਇਨਫ ਆ, ਜਾਂ ਅਸੀਂ ਟਾਰਗੇਟ ਕੁਛ ਹੋਰ ਬਣਾਇਆ ਸੀਗਾ ਅਸੀਂ ਉਹਨੂੰ ਅਚੀਵ ਕਰ ਲਿਆ, ਜਾਂ ਹਜੇ ਅਸੀਂ ਅੰਡਰ ਟਾਰਗੇਟ ਚੱਲ ਰਹੇ ਹਾਂ। ਸਾਰੀ ਇਨਫੋਰਮੇਸ਼ਨ ਆਪਾਂ ਅੱਗੇ ਦੇਖਦੇ ਹਾਂ। ਰੂਫਟੌਪ ਸੋਲਰ ਸਿਸਟਮ ਦੀ ਗੱਲ ਕਰੀਏ ਤਾਂ ਫੋਟੋਵੋਲਟਿਕ ਸਿਸਟਮ ਜਿਹੜਾ ਹੁੰਦਾ ਆ ਇਲੈਕਟ੍ਰੀਸਿਟੀ ਜਨਰੇਟ ਕਰਦਾ ਆ ਸੋਲਰ ਐਨਰਜੀ ਤੋਂ, ਸੋਲਰ ਪੈਨਲ ਤੋਂ। ਉਹਨੂੰ ਅਸੀਂ ਮਾਊਂਟ ਕਰ ਦਿੰਦੇ ਹਾਂ ਰੂਫਟੌਪ 'ਤੇ, ਛੱਤ ਉੱਪਰ ਲਗਾ ਦਿੰਦੇ ਹਾਂ, ਜਿਵੇਂ ਕਿ ਰੈਜ਼ੀਡੈਂਸ਼ੀਅਲ ਛੱਤਾਂ ਹੋ ਗਈਆਂ, ਜਾਂ ਕਮਰਸ਼ੀਅਲ ਬਿਲਡਿੰਗ ਹੋ ਗਈਆਂ, ਜਾਂ ਸਰਕਾਰੀ ਬਿਲਡਿੰਗ ਹੋ ਗਈ, ਉਹਨਾਂ ਦੀਆਂ ਛੱਤਾਂ ਉੱਪਰ ਜਿਹੜੇ ਸੋਲਰ ਪੈਨਲ ਆ ਉਹ ਲੱਗ ਜਾਂਦੇ ਆ, ਫਿਰ ਉਹ ਇਲੈਕਟ੍ਰੀਸਿਟੀ ਜਨਰੇਟ ਕਰਦੇ ਆ। ਏਮ ਕੀ ਹੈ ਸਾਡਾ ਰੂਫਟੌਪ ਸੋਲਰ ਸਕੀਮ ਨੂੰ, ਇੱਕ ਸਾਡੇ ਕੋਲ ਰੂਫਟੌਪ ਸੋਲਰ ਸਕੀਮ ਆ, ਉਸ ਦੇ ਵਿੱਚ ਅਸੀਂ ਇੱਕ ਏਮ ਬਣਾਇਆ ਕਿ ਅਸੀਂ 2022 ਤੱਕ 40 ਗੀਗਾਵਾਟ ਐਨਰਜੀ ਪ੍ਰੋਡਿਊਸ ਕਰਨੀ ਆ ਰੂਫਟੌਪ ਸੋਲਰ ਪ੍ਰੋਜੈਕਟ ਤੋਂ। ਲੇਕਿਨ ਅਸੀਂ ਹੁਣੇ ਦੇਖ ਕੇ ਹਟੇ ਹਾਂ ਕਿ ਸਾਡਾ ਜਿਹੜਾ ਅਚੀਵਮੈਂਟ ਕਿੰਨੀ ਆ 6 ਗੀਗਾਵਾਟ ਦੀ, ਬਹੁਤ ਘੱਟ ਆ। ਅਗਲੇ ਸਾਲ ਤਾਂ ਅਸੀਂ 40 ਤੱਕ ਪਹੁੰਚਣਾ ਆ, ਅਤੇ ਜਿਹੜਾ 40 ਗੀਗਾਵਾਟ ਦਾ ਗੋਲ ਆ ਇਹ ਕਿਤੇ ਨਾ ਕਿਤੇ ਸਾਡੇ ਕੋਲ ਇੱਕ ਹੋਰ ਪ੍ਰੋਗਰਾਮ ਸੀਗਾ ਰੀਨਿਊਏਬਲ ਐਨਰਜੀ ਦਾ ਪ੍ਰੋਗਰਾਮ। ਉਹਦੇ ਅੰਡਰ ਅਸੀਂ ਡਿਸਾਈਡ ਕੀਤਾ ਸੀਗਾ ਕਿ ਅਸੀਂ 175 ਗੀਗਾਵਾਟ, ਜਿਹੜਾ ਸਾਡੇ ਕੋਲ ਸਭ ਤੋਂ ਵੱਡਾ ਪ੍ਰੋਗਰਾਮ ਕਿਹੜਾ ਰੀਨਿਊਏਬਲ ਐਨਰਜੀ ਦਾ, ਉਹਦੇ ਅੰਡਰ ਅਸੀਂ ਸੋਚਿਆ ਸੀਗਾ 175 ਗੀਗਾਵਾਟ ਅਸੀਂ ਐਨਰਜੀ ਪ੍ਰੋਡਿਊਸ ਕਰਨੀ ਆ ਰੀਨਿਊਏਬਲ ਐਨਰਜੀ। ਅਤੇ ਉਸ 175 ਦੇ ਵਿੱਚੋਂ 100 ਗੀਗਾਵਾਟ, 100 ਗੀਗਾਵਾਟ ਸਾਡੀ ਹੋਊਗੀ ਸੋਲਰ ਐਨਰਜੀ, ਅਤੇ ਉਸ 100 ਦੇ ਵਿੱਚੋਂ 40 ਹੋਊਗੀ ਰੂਫਟੌਪ ਵਾਲੀ। ਮਤਲਬ ਕੀ ਹੈ ਕਿ 175 ਗੀਗਾਵਾਟ ਸਾਰੀ ਆ, ਉਹਦੇ ਵਿੱਚੋਂ 100 ਹੈਗੀ ਆ ਸੋਲਰ ਵਾਲੀ, ਅਤੇ ਉਸ 100 ਦੇ ਵਿੱਚੋਂ 40 ਹੈਗੀ ਆ ਰੂਫਟੌਪ ਵਾਲੀ, ਅਤੇ ਜਿਹੜੇ 60 ਬਚਿਆ ਉਹ ਅਸੀਂ ਕਿਤੇ ਵੀ ਖਾਲੀ ਜਗ੍ਹਾ ਤੇ ਜੋ ਲੈਂਡ ਐਗਰੀਕਲਚਰ ਦੇ ਲਈ ਸਹੀ ਨਹੀਂ ਹੈਗੀ ਉੱਥੇ ਸੋਲਰ ਪੈਨਲ ਲਾ ਕੇ ਐਨਰਜੀ ਜਨਰੇਟ ਕਰ ਸਕਦੇ ਹਾਂ। ਇੱਕ ਹੋਰ ਸਕੀਮ ਆ ਜਿਹਦਾ ਨਾਮ ਹੈਗਾ PM ਕੁਸਮ ਸਕੀਮ, ਬਹੁਤ ਇੰਪੋਰਟੈਂਟ ਆ, ਐਗਰੀਕਲਚਰ ਨਾਲ ਰਿਲੇਟਡ ਆ, ਅਤੇ ਸਾਡਾ ਜੋ ਪੰਜਾਬ ਸੂਬਾ ਉਹ ਐਗਰੀਕਲਚਰ ਪ੍ਰਧਾਨ ਸੂਬਾ ਹੈ, ਤਾਂ ਇੱਦਾਂ ਦੀਆਂ ਸਕੀਮ ਬਹੁਤ ਇੰਪੋਰਟੈਂਟ ਹੁੰਦੀਆਂ। ਕੁਸਮ PM ਕੁਸਮ ਦੀ ਫੁੱਲ ਫਾਰਮ ਕੀ ਆ, ਕਿਸਾਨ ਊਰਜਾ ਸੁਰੱਖਿਆ ਏਵਮ ਉਤਥਾਨ ਮਹਾਅਭਿਆਨ।
ਇਹਦੀ ਫੁੱਲ ਫਾਰਮ ਯਾਦ ਕਰਿਓ, ਬਹੁਤ ਇੰਪੋਰਟੈਂਟ ਆ, ਕਿਸਾਨ ਦੇ ਨਾਮ ਤੇ ਆ। ਅਤੇ ਅਸੀਂ ਇਹਨੂੰ ਪੜ੍ਹ ਵੀ ਸੋਲਰ ਸਿਸਟਮ ਦੇ ਰਿਲੇਟਡ ਜੇ ਰਹੇ ਹਾਂ। ਤੇ ਹੈ ਕਿ ਇੱਕ ਗ੍ਰਿਡ ਕਨੈਕਟਡ ਰੀਨਿਊਏਬਲ એનર્ਜੀ ਪ੍ਰੋਗਰਾਮ ਆ। ਇਹਦੇ ਵਿੱਚ ਅਸੀਂ ਗ੍ਰਿਡ ਕਨੈਕਟਡ ਰੀਨਿਊਏਬਲ એનર્ਜੀ ਪ੍ਰੋਗਰਾਮ ਆ, ਜਿਹਦੇ ਵਿੱਚ ਕੀ ਹੋਊਗਾ, ਸੋਲਰ ਵਾਟਰ ਪੰਪ ਲਾਏ ਜਾਣਗੇ। ਤੁਸੀਂ ਆਪਦੇ ਪਿੰਡਾਂ ਵਿੱਚ ਦੇਖੇ ਹੋਣਗੇ ਕਿ ਕਾਫੀ ਇਦਾਂ ਦੇ ਸੋਲਰ ਪੈਨਲ ਲੱਗਿਆ ਤੇ ਮੋਟਰਾਂ ਪਾਣੀ ਕੱਢਦੀਆਂ ਆ, ਅਕਸਰ ਪਿੰਡਾਂ ਵਾਲਿਆਂ ਨੇ ਦੇਖੇ ਹੋਣਗੇ। ਇਹ PM ਕੁਸਮ ਸਕੀਮ ਦੇ ਅੰਡਰ ਹੀ ਆ। ਇਹਦੇ ਵਿੱਚ ਡਿਸਾਈਡ ਕੀਤਾ ਕਿ 0.5 ਤੋਂ ਲੈ ਕੇ 2 ਮੈਗਾਵਾਟ ਤੱਕ ਦੇ ਸੋਲਰ ਪੈਨਲ ਲਾਏ ਜਾਣਗੇ, ਤਾਂ ਕਿ ਅਸੀਂ ਫਾਰਮਰਸ ਤੱਕ ਜਿਹੜੇ ਕਿ ਡੀਜ਼ਲ ਨੂੰ ਬਾਰ-ਬਾਰ ਯੂਜ਼ ਕਰਦੇ ਆ, ਡੀਜ਼ਲ ਨੂੰ ਯੂਜ਼ ਨਾ ਕਰਨ, ਨਾ ਹੀ ਇਲੈਕਟ੍ਰਿਸਿਟੀ ਨੂੰ ਯੂਜ਼ ਕਰਨ ਇਰੀਗੇਸ਼ਨ ਦੇ ਲਈ, ਉਹ ਇਹ ਸੋਲਰ ਪੈਨਲ ਲਗਵਾ ਲੈਣ ਤੇ ਖੇਤੀਬਾੜੀ ਦੇ ਵਿੱਚ ਆਪਣਾ ਜਿਹੜਾ ਇਰੀਗੇਸ਼ਨ ਦੀ ਫੈਸਿਲਿਟੀ ਉਹਨੂੰ ਫੁੱਲਫਿਲ ਕਰ ਲੈਣ। ਠੀਕ ਆ, ਥੋੜੀ ਜਿਹੀ ਹੋਰ ਡਿਟੇਲ ਆਪਾਂ ਦੇਖਦੇ ਹਾਂ। ਸੋਲਰਾਈਜੇਸ਼ਨ ਕਰਨਾ ਤੇ ਡੀਡੀਜ਼ਲਾਈਜੇਸ਼ਨ ਕਰਨਾ, ਮਤਲਬ ਡੀਜ਼ਲ ਨੂੰ ਖਤਮ ਕਰਨਾ ਤੇ ਸੋਲਰ ਕਰਨਾ ਐਗਰੀਕਲਚਰ ਸੈਕਟਰ ਨੂੰ, ਇਹਦਾ ਏਮ ਆ। ਇਹਦੇ ਵਿੱਚ ਅਸੀਂ ਇੰਸਟਾਲੇਸ਼ਨ ਕਰਨੀ ਆ ਗ੍ਰਿਡ ਕਨੈਕਟੀਵਿਟੀ ਗ੍ਰਿਡ ਕਨੈਕਟਰ ਰੀਨਿਊਏਬਲ એનર્ਜੀ ਦੀ, ਜਿਵੇਂ ਆਪਾਂ ਹੁਣੇ ਦੇਖ ਕੱਟਿਆ 0.5 ਤੋਂ ਲੈ ਕੇ 2 ਮੈਗਾਵਾਟ ਦੀ। ਉਸ ਤੋਂ ਬਾਅਦ ਅਸੀਂ 2019 ਤੇ 20 ਤੱਕ 2019 ਤੋਂ 20 ਤੱਕ ਸੈਂਕਸ਼ਨ ਕਰਨੇ ਆ ਕਾਫੀ ਤਰ੍ਹਾਂ ਦੇ ਇੰਸਟਾਲੇਸ਼ਨ ਪ੍ਰੋਗਰਾਮ। ਉਹਦੇ ਵਿੱਚ ਕੀ ਹੋਊਗਾ, 1000 ਮੈਗਾਵਾਟ ਅਸੀਂ ਰੀਨਿਊਏਬਲ એનર્ਜੀ ਲਾਉਣੀ ਆ 2 ਮੈਗਾਵਾਟ ਤੱਕ, ਜੋ ਕਿ ਕੰਪੋਨੈਂਟ A ਦੇ ਵਿੱਚ ਆਊਗਾ। ਤੇ ਕੰਪੋਨੈਂਟ B ਕੀ ਕਹਿੰਦਾ ਆ, 1.71 ਲੱਖ ਜਿਹੜੇ ਹੈਗੇ ਸਾਡੇ ਕੋਲੇ ਸਟੈਂਡ ਅਲੋਨ ਸੋਲਰ ਪੰਪ ਲਾਉਣੇ ਆ। ਅਤੇ ਉਸ ਤੋਂ ਬਾਅਦ ਕੀ ਕਰਨਾ ਆ, ਜਿਹੜੇ ਆਲਰੇਡੀ ਸਾਡੇ ਕੋਲੇ ਪੰਪ ਹੈਗੇ ਐਗਰੀਕਲਚਰ ਐਗਜ਼ਿਸਟਿੰਗ ਪੰਪ ਆ, 82,000 ਉਹਨਾਂ ਨੂੰ ਵੀ ਸੋਲਰਾਈਜ਼ ਕਰਨਾ। ਠੀਕ ਆ, ਇੱਕ ਤਾਂ ਅਸੀਂ ਰੀਨਿਊਏਬਲ એનર્ਜੀ ਨੂੰ ਕਨੈਕਟ ਕਰਨਾ, ਕਪੈਸਿਟੀ ਨੂੰ ਬਿਲਡ ਕਰਨਾ, ਦੂਜਾ ਅਸੀਂ ਉੱਥੇ ਪੰਪਾਂ ਉੱਪਰ 1.71 ਲੱਖ ਪੰਪ ਲਾਉਣੇ ਸੋਲਰ ਸਿਸਟਮ ਵਾਲੇ, ਤੀਜਾ 82,000 ਜੋ ਆਲਰੇਡੀ ਪੰਪ ਹੈਗੇ ਆ ਉਹਨਾਂ ਨੂੰ ਅਸੀਂ ਬਿਜਲੀ ਤੋਂ ਛੁਡਾ ਕੇ ਸੋਲਰ ਸਿਸਟਮ ਤੇ ਜੋੜਨਾ। ਚਲੋ ਨੈਕਸਟ ਆਪਣੇ ਕੋਲੇ DRDO, ਸਾਡੇ ਦੇਸ਼ ਦੀ ਬੜੀ ਇੱਕ ਵਧੀਆ ਆਰਗੇਨਾਈਜੇਸ਼ਨ ਆ DRDO। ਨਿਊਜ਼ ਦੇ ਵਿੱਚ ਕਿਉਂ ਆ DRDO? ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਜਿਹੜਾ DRDO ਆ ਦੀ ਫੁੱਲ ਫਾਰਮ ਆਪਣੇ ਕੋਲ ਹੈਗੀ ਆ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਅਸੀਂ 1 ਜਨਵਰੀ 2022 ਨੂੰ ਇਹਦਾ 64th ਫਾਊਂਡੇਸ਼ਨ ਡੇ ਸੈਲੀਬ੍ਰੇਟ ਕਰਕੇ ਹਟੇ ਆ। ਜੇ ਤੁਹਾਨੂੰ ਐਗਜ਼ਾਮੀਨਰ ਪੁੱਛੇ ਕਿ DRDO ਦਾ ਫਾਊਂਡੇਸ਼ਨ ਡੇ ਕਿਹੜਾ ਆ, ਯਾਦ ਰੱਖਿਓ 1 ਜਨਵਰੀ 2022 ਨੂੰ ਅਸੀਂ ਇਹਦਾ 64th ਫਾਊਂਡੇਸ਼ਨ ਡੇ ਸੈਲੀਬ੍ਰੇਟ ਕੀਤਾ ਆ। DRDO ਹੈ ਕਿ ਇੱਕ HRD ਆਪਾਂ ਕਹਿੰਦੇ ਹਾਂ ਰਿਸਰਚ ਐਂਡ ਡਿਵੈਲਪਮੈਂਟ, ਇੱਕ ਵਿੰਗ ਆ ਇਹ ਮਿਨਿਸਟਰੀ ਆਫ ਡਿਫੈਂਸ ਦਾ, ਯਾਨੀ ਕਿ ਮਿਨਿਸਟਰੀ ਆਫ ਡਿਫੈਂਸ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਖੋਜਾਂ ਕਰਦੀ ਆ, ਰਿਸਰਚ ਕਰਦੀ ਆ, ਤਾਂ ਕਿ ਅਸੀਂ ਇੰਡੀਆ ਨੂੰ ਐਮਪਾਵਰ ਕਰ ਸਕੀਏ ਡਿਫੈਂਸ ਟੈਕਨੋਲੋਜੀ ਦੇ ਵਿੱਚ। ਜਿਹੜਾ ਅਸੀਂ ਬਾਰ-ਬਾਰ ਅਲੱਗ-ਅਲੱਗ ਕੰਟਰੀਜ਼ ਤੋਂ ਇੰਪੋਰਟ ਕਰਦੇ ਹਾਂ, ਆਪਣੇ ਹਥਿਆਰ ਬਾਹਰੋਂ ਮੰਗਵਾਉਂਦੇ ਆ, ਉਹ ਸਾਨੂੰ ਲੋੜ ਨਾ ਪਵੇ। ਅਸੀਂ ਆਪਦੇ ਆਪ ਨੂੰ ਸੈਲਫ ਰਿਲਾਇੰਸ ਕਰ ਲਈਏ, ਮਤਲਬ ਅਸੀਂ ਖੁਦ ਇੰਨੀ ਕੁ ਪ੍ਰੋਡਕਸ਼ਨ ਕਰ ਲਈਏ ਤਾਂ ਕਿ ਅਸੀਂ ਇੰਡੀਜੀਨੀਅਸਲੀ ਡਿਵੈਲਪ ਕਰ ਸਕੀਏ ਪ੍ਰੋਡਕਸ਼ਨ, ਜਿਵੇਂ ਕਿ ਆਪਾਂ ਹੁਣ ਤੱਕ ਕੀਤਾ ਵੀ। ਇਹਦੇ ਵਿੱਚ ਪ੍ਰਿਥਵੀ ਹੋ ਗਿਆ, ਅਗਨੀ ਹੋ ਗਿਆ, ਇਹ ਸੀਰੀਜ਼ ਮਿਜ਼ਾਈਲਾਂ ਅਸੀਂ ਖੁਦ ਤਿਆਰ ਕੀਤੀਆਂ ਆ। ਉਦੋਂ ਬਾਅਦ ਆਪਣੇ ਕੋਲ ਹੈਗਾ ਲਾਈਟ ਕੰਬੈਟ 에ਅਰਕ੍ਰਾਫਟ ਤੇਜਸ ਦੀ ਗੱਲ ਕਰੀਏ, ਬਹੁਤ ਨਿਊਜ਼ 'ਚ ਰਹਿੰਦਾ, ਇਹ ਵੀ ਅਸੀਂ ਖੁਦ ਹੀ ਤਿਆਰ ਕੀਤਾ ਆ। ਇੱਕ ਸਾਡੇ ਕੋਲ ਹੈਗਾ ਮਲਟੀ ਬੈਰਲ ਰੌਕਟ ਲਾਂਚਰ, ਉਹਦਾ ਨਾਮ ਹੈਗਾ ਪਿਨਾਕਾ, ਇਹ ਵੀ ਅਸੀਂ ਖੁਦ ਹੀ ਡਿਵੈਲਪ ਕੀਤਾ ਆ। ਆਕਾਸ਼ ਮਿਜ਼ਾਈਲ ਹੈ ਜਿਹੜੀ ਕਿ 에ਅਰ ਡਿਫੈਂਸ ਮਿਜ਼ਾਈਲ ਆ, ਉਹ ਵੀ ਸਾਡੇ DRDO ਨੇ ਹੀ ਤਿਆਰ ਕੀਤੀ ਆ। ਅਤੇ ਹੋਰ ਕਾਫੀ ਸਾਰੇ ਰਡਾਰ ਸਿਸਟਮ ਤੋਂ ਲੈ ਕੇ ਇਲੈਕਟ੍ਰੋਨਿਕ ਜਿਹੜੇ ਵਾਰਫੇਅਰ ਆ ਸਿਸਟਮ ਆ, ਉਹ ਵੀ ਸਾਰੇ ਦੇ ਸਾਰੇ ਇਹਨਾਂ ਨੇ ਤਿਆਰ ਕੀਤੇ ਆ। ਮਤਲਬ ਇਹ ਆ ਕਿ ਹੁਣ ਤੱਕ DRDO ਦਾ ਬਹੁਤ ਵਧੀਆ ਰੋਲ ਰਿਹਾ ਆ ਸਾਡੇ ਸਿਕਿਉਰਿਟੀ ਦੇ ਲਈ। ਜੇ ਆਪਾਂ ਇਹਦੀ ਫਾਰਮੇਸ਼ਨ ਦੀ ਗੱਲ ਕਰੀਏ DRDO ਦੀ, ਇਹ 1958 ਦੇ ਵਿੱਚ ਫਾਰਮੇਸ਼ਨ ਹੋਈ ਸੀ ਇਹਦੀ। ਅਤੇ ਇਹਨੂੰ ਪਹਿਲਾਂ ਸਾਡੇ ਕੋਲ ਕੁਛ ਹੋਰ ਬੋਡੀ ਸੀਗੀਆਂ, ਉਹਨਾਂ ਨੂੰ ਮਿਲਾ ਕੇ ਬਣਾਇਆ ਗਿਆ। ਜਿਵੇਂ ਪਹਿਲੀ ਬੋਡੀ ਸਾਡੇ ਕੋਲ ਕਿਹੜੀ ਸੀਗੀ, TDE, ਫੁੱਲ ਫਾਰਮ ਹੈਗੀ ਆ ਟੈਕਨੀਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ, ਇੱਕ ਇਹ ਬੋਡੀ ਸੀਗੀ ਆਪਣੇ ਕੋਲੇ। ਇੱਕ ਹੋਰ ਬੋਡੀ ਸੀਗੀ ਜਿਹੜੀ ਕਿ ਆਉਂਦੀ ਸੀਗੀ ਇੰਡੀਅਨ ਆਰਮੀ ਦੇ ਅੰਡਰ। ਦੂਜੀ ਸਾਡੇ ਕੋਲੇ ਬੋਡੀ ਸੀਗੀ ਡਾਇਰੈਕਟੋਰੇਟ ਆਫ ਟੈਕਨੀਕਲ ਡਿਵੈਲਪਮੈਂਟ ਐਂਡ ਪ੍ਰੋਡਕਸ਼ਨ। ਇਹਨਾਂ ਦੋਨਾਂ ਬੋਡੀ ਨੂੰ ਪਲੱਸ ਅਸੀਂ ਡਿਫੈਂਸ ਜਿਹੜੀ ਸਾਇੰਸ ਆਰਗੇਨਾਈਜੇਸ਼ਨ ਆ, ਇਹਨਾਂ ਤਿੰਨਾਂ ਨੂੰ ਮਿਲਾ ਕੇ ਇੱਕ ਨਵੀਂ ਬੋਡੀ ਬਣਾਈ ਜਿਹਦਾ ਨਾਮ ਸੀਗਾ DRDO। ਇੱਕ ਹੈਗੀ ਸਾਡੇ ਕੋਲ, ਧਿਆਨ ਨਾਲ ਦੇਖਿਓ ਜੀ, TDE ਜਿਹਦੀ ਫੁੱਲ ਫਾਰਮ ਕੀ ਆ ਟੈਕਨੀਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ, ਜੋ ਕਿ ਇੰਡੀਅਨ ਆਰਮੀ ਦਾ ਪਾਰਟ ਸੀਗੀ। ਪਲੱਸ ਆਪਣੇ ਕੋਲ ਹੈਗਾ DTDP ਜਿਹਦੀ ਫੁੱਲ ਫਾਰਮ ਕੀ ਆ ਆਪਣੇ ਕੋਲ ਡਾਇਰੈਕਟੋਰੇਟ ਆਫ ਟੈਕਨੀਕਲ ਡਿਵੈਲਪਮੈਂਟ। ਪਲੱਸ ਕੌਣ ਆ ਸਾਡੇ ਕੋਲ, DSO ਡਿਫੈਂਸ ਸਾਇੰਸ ਆਰਗੇਨਾਈਜੇਸ਼ਨ। ਇਹਨਾਂ ਤਿੰਨਾਂ ਨੂੰ ਮਿਲਾ ਕੇ ਸਾਡੇ ਕੋਲ ਬਣਿਆ DRDO। ਠੀਕ ਆ, ਇੰਪੋਰਟੈਂਟ ਆ, ਧਿਆਨ ਰੱਖਿਓ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆਪਣੇ ਕੋਲ ਸਵੀਟ ਰੈਵੋਲੂਸ਼ਨ। ਅਸੀਂ ਬਹੁਤ ਤਰ੍ਹਾਂ ਦੇ ਰੈਵੋਲੂਸ਼ਨ ਦੇਖੇ ਆ। ਸਵੀਟ ਰੈਵੋਲੂਸ਼ਨ ਕੀ ਆ, ਪਹਿਲਾਂ ਨਿਊਜ਼ ਦੇ ਵਿੱਚ ਕਿਉਂ ਆਪਾਂ ਉਹ ਦੇਖਦੇ ਹਾਂ। KVIC, ਜਿਹੜੀ KVIC ਆ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ, ਉਹਨੇ ਲਾਂਚ ਕੀਤਾ ਆ ਕੰਟਰੀ ਦਾ ਪਹਿਲਾ ਮੋਬਾਈਲ ਹਨੀ ਪ੍ਰੋਸੈਸਿੰਗ ਵੈਨ ਇੱਕ ਇੱਦਾਂ ਦਾ ਵਹੀਕਲ ਜਿਹੜਾ ਕਿ ਹਨੀ ਨੂੰ ਪ੍ਰੋਸੈਸ ਕਰੂਗਾ ਮੋਬਾਈਲ, ਇਸ ਕਰਕੇ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹ ਟਰੈਵਲ ਕਰ ਲੈਂਦਾ। ਠੀਕ ਆ, ਅਤੇ ਇਹਨੂੰ ਸਟਾਰਟ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ। ਪਹਿਲੀ ਗੱਲ ਤਾਂ ਕੁਐਸਚਨ ਇੱਥੋਂ ਹੀ ਬਣ ਸਕਦਾ ਕਿ ਜਿਹੜਾ ਇੰਡੀਆ ਦਾ ਕੰਟਰੀ ਦਾ ਫਸਟ ਮੋਬਾਈਲ ਹਨੀ ਪ੍ਰੋਸੈਸਿੰਗ ਵੈਨ ਆ ਉਹ ਕਿਹੜੀ ਸਟੇਟ ਦੇ ਵਿੱਚ ਲਾਂਚ ਕੀਤਾ ਗਿਆ ਆ,
ਉਹ ਹੈਗਾ ਸਾਡੇ ਕੋਲ ਉੱਤਰ ਪ੍ਰਦੇਸ਼। ਇਹ ਜਿਹੜਾ ਇਨੀਸ਼ੀਏਟਿਵ ਹੈ ਇਸ ਕਰਕੇ ਲਿਆ ਗਿਆ, ਜਿਹੜਾ ਸਾਡੇ ਕੋਲ ਸਵੀਟ ਰੈਵੋਲੂਸ਼ਨ ਆ ਉਹਨੂੰ ਹੋਰ ਪ੍ਰਮੋਟ ਕੀਤਾ ਜਾਵੇ। ਹੁਣ ਆਪਾਂ ਦੇਖਦੇ ਹਾਂ ਜੀ ਸਵੀਟ ਰੈਵੋਲੂਸ਼ਨ ਹੈ ਕੀ। ਦੇਖੋ ਸਵੀਟ ਦਾ ਸਾਨੂੰ ਰੈਵੋਲੂਸ਼ਨ ਹੁੰਦਾ ਕਿ ਕਿਸੇ ਚੀਜ਼ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨਾ ਜਾਂ ਹੋਰ ਜ਼ਿਆਦਾ ਉਹਦਾ ਪ੍ਰੋਡਕਸ਼ਨ ਇਨਕਰੀਜ਼ ਕਰਨਾ। ਸਵੀਟ ਮੀਨਸ ਹਨੀ, ਸਵੀਟ ਦਾ ਮਤਲਬ ਇੱਥੇ ਹਨੀ ਆ, ਸਾਨੂੰ ਇੱਥੋਂ ਪਤਾ ਲੱਗ ਗਿਆ। ਤੇ ਸਵੀਟ ਰੈਵੋਲੂਸ਼ਨ ਕਾਹਦੇ ਨਾਲ ਰਿਲੇਟਡ ਆ? ਇੱਕ ਸਾਡਾ ਅੰਬੀਸ਼ੀਅਸ ਇਨੀਸ਼ੀਏਟਿਵ ਆ ਗੌਰਮੈਂਟ ਆਫ ਇੰਡੀਆ ਦਾ, ਜਿਹਦੇ ਵਿੱਚ ਕਿ ਉਹ ਪ੍ਰਮੋਟ ਕਰ ਰਿਹਾ ਐਪੀਕਲਚਰ ਨੂੰ। ਧਿਆਨ ਰੱਖਿਓ ਐਪੀਕਲਚਰ ਮਤਲਬ ਇੱਥੇ ਕੀ ਹੁੰਦਾ ਆ? ਹਨੀ ਦੀ ਪ੍ਰੋਡਕਸ਼ਨ ਕਰਨਾ, ਜਿਹਨੂੰ ਅਸੀਂ ਕਹਿੰਦੇ ਆ ਬੀ ਕੀਪਿੰਗ, ਮੱਖੀਆਂ ਦੀ ਖੇਤੀ ਕਰਨਾ, ਬਹੁਤ ਇੰਪੋਰਟੈਂਟ ਆ। ਠੀਕ ਆ। ਨੈਕਸਟ ਸਵੀਟ ਰੈਵੋਲੂਸ਼ਨ ਦੇ ਵਿੱਚ ਕੀ ਆ, ਲਾਂਚ ਅਸੀਂ ਇਹਦੇ ਅੰਡਰ ਲਾਂਚ ਕੀਤਾ ਸੀਗਾ ਕਿ ਨੈਸ਼ਨਲ ਬੀ ਕੀਪਿੰਗ ਐਂਡ ਹਨੀ ਮਿਸ਼ਨ। ਉਸੇ ਮਿਸ਼ਨ ਦੇ ਅੰਡਰ ਹੀ ਅਸੀਂ ਸਵੀਟ ਜਿਹੜਾ ਰੈਵੋਲੂਸ਼ਨ ਆ ਉਹਨੂੰ ਸਟਾਰਟ ਕੀਤਾ ਆ। ਏਮ ਕੀ ਆ, ਜਿਵੇਂ ਮੈਂ ਹੁਣੇ ਦੱਸ ਕੇ ਹਟਿਆ, ਅਸੀਂ ਐਕਸਲਰੇਟ ਕਰਨਾ ਚਾਹੁੰਦੇ ਆ ਪ੍ਰੋਡਕਸ਼ਨ ਕੁਆਲਿਟੀ ਹਨੀ ਦੀ। ਜੋ ਸਾਡੇ ਕੋਲ ਕੁਆਲਿਟੀ ਹਨੀ ਆ ਅਤੇ ਉਹਦੇ ਨਾਲ ਰਿਲੇਟਡ ਜਿੰਨੇ ਵੀ ਪ੍ਰੋਡਕਟ ਆ ਉਹਨਾਂ ਦੀ ਪ੍ਰੋਡਕਸ਼ਨ ਨੂੰ ਅਸੀਂ ਹੋਰ ਐਕਸਲਰੇਟ ਕਰਨਾ ਚਾਹੁੰਦੇ ਆ। ਇਹੀ ਇਸ ਮਿਸ਼ਨ, ਇਸ ਜਿਹੜਾ ਆਪਣੇ ਕੋਲ ਰੈਵੋਲੂਸ਼ਨ ਦਾ ਮਿਸ਼ਨ ਆ। ਨੈਕਸਟ ਨਿਊਜ਼ ਆਪਣੇ ਕੋਲ ਨਾਟੋ ਬਹੁਤ ਨਿਊਜ਼ 'ਚ ਆ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਦੋਂ ਤੋਂ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲੀ ਆ ਜਾਂ ਉਦੋਂ ਪਹਿਲਾਂ ਵੀ ਕਾਫੀ ਵਾਰ ਨਿਊਜ਼ 'ਚ ਰਿਹਾ ਆ, ਇਸ ਕਰਕੇ ਇਹਨੂੰ ਬਹੁਤ ਧਿਆਨ ਨਾਲ ਕਰਨਾ ਸੀ ਅਤੇ ਕੋਸ਼ਿਸ਼ ਕਰੂੰਗਾ ਕਿ ਇਹਦੇ ਉਹ ਏਰੀਏ ਕਵਰ ਕਰੀਏ ਜਿੱਥੋਂ ਐਗਜ਼ਾਮ ਬਣ ਸਕਦਾ। ਨਾਟੋ ਦੀ ਫੁੱਲ ਫਾਰਮ ਪਹਿਲਾਂ ਤਾਂ ਯਾਦ ਕਰਿਓ, ਇੱਥੋਂ ਵੀ ਕੁਐਸਚਨ ਬਣ ਸਕਦਾ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਪਹਿਲਾ ਕੁਐਸਚਨ ਇੱਥੋਂ ਬਣ ਸਕਦਾ ਜੀ। ਦੂਜੀ ਗੱਲ ਇਹ ਕੀ ਆ, ਇੱਕ ਮਿਲਟਰੀ ਅਲਾਇੰਸ ਆ, ਸੈਕੰਡ ਕੁਐਸਚਨ ਇੱਥੋਂ ਬਣ ਸਕਦਾ। ਧਿਆਨ ਰੱਖ ਲਿਓ ਮਿਲਟਰੀ ਅਲਾਇੰਸ, ਇਹਨੂੰ ਕਿਹੜੀ ਐਸਟੈਬਲਿਸ਼ ਕਦੋਂ ਕੀਤਾ ਗਿਆ ਇਹਦਾ? ਬਾਏ ਦਾ ਨਾਰਥ ਐਟਲਾਂਟਿਕ ਟ੍ਰੀਟੀ। ਇੱਕ ਨਾਰਥ ਐਟਲਾਂਟਿਕ ਟ੍ਰੀਟੀ ਸੀਗੀ, ਉਹਦੇ ਅੰਡਰ ਇਹਨੂੰ ਐਸਟੈਬਲਿਸ਼ ਕੀਤਾ ਗਿਆ ਆ। ਇਸ ਟ੍ਰੀਟੀ ਨੂੰ ਅਸੀਂ ਵਾਸ਼ਿੰਗਟਨ ਟ੍ਰੀਟੀ ਵੀ ਕਹਿੰਦੇ ਆ। ਅਤੇ ਇਹ ਕਦੋਂ ਐਸਟੈਬਲਿਸ਼ ਹੋਈ ਸੀਗੀ? 1949 ਦੇ ਵਿੱਚ, ਅਪ੍ਰੈਲ ਦੇ ਵਿੱਚ, ਬਾਏ ਦਾ ਯੂਨਾਈਟਡ ਨੇਸ਼ਨ। ਉਦੋਂ ਸਾਡੇ ਕੋਲ ਯੂਨਾਈਟਡ ਸਟੇਟ ਸੀਗਾ, USA, ਕੈਨੇਡਾ ਅਤੇ ਹੋਰ ਕਾਫੀ ਸਾਰੀ ਵੈਸਟਰਨ ਯੂਰਪ ਦੀਆਂ ਕੰਟਰੀਜ਼। ਟੋਟਲ ਉਸ ਟਾਈਮ 'ਤੇ 30 ਕੰਟਰੀ ਸੀਗੀਆਂ ਸਟਾਰਟਿੰਗ। ਹੁਣ ਸਾਡੇ ਕੋਲ ਹੈਗੇ 30 ਕੰਟਰੀਜ਼, 30 ਕੰਟਰੀਜ਼ ਨੇ ਇਹਦੀਆਂ ਮੈਂਬਰ ਕਰੰਟਲੀ। ਅਤੇ ਇਹਨੂੰ ਬਣਾਇਆ ਗਿਆ ਸੀਗਾ ਸੋਵੀਅਤ ਯੂਨੀਅਨ ਦੇ ਅਗੇਂਸਟ। ਸੋਵੀਅਤ ਉਸ ਟਾਈਮ 'ਤੇ ਕਾਫੀ ਇੱਕ ਅਗਰੈਸਿਵ ਪਾਵਰ ਸੀਗੀ, ਉਹਦੇ ਕੋਲੋਂ ਆਪਣੇ ਆਪ ਨੂੰ ਸਿਕਿਉਰ ਕਰਨ ਦੇ ਲਈ ਉਸ ਟਾਈਮ 'ਤੇ ਸਟਾਰਟਿੰਗ 'ਤੇ 13 ਕੰਟਰੀਜ਼ ਨੇ ਮਿਲ ਕੇ ਇੱਕ ਅਲਾਇੰਸ ਬਣਾਈ, ਜਿਹਦਾ ਨਾਮ ਸੀਗਾ ਮਿਲਟਰੀ ਅਲਾਇੰਸ, ਉਹਦਾ ਨਾਮ ਸੀਗਾ ਨਾਟੋ। ਠੀਕ ਆ, ਉਮੀਦ ਆ ਕਲੀਅਰ ਹੋ ਗਿਆ ਹੋਊਗਾ। ਬਹੁਤ ਜ਼ਰੂਰੀ ਆ, ਸਟਾਰਟਿੰਗ ਦੇ ਮੈਂਬਰ ਯਾਦ ਰੱਖਿਓ, ਐਟ ਪ੍ਰੈਜ਼ੈਂਟ ਮੈਂਬਰ ਨੰਬਰ ਕਿੰਨਾ ਆ, ਅਤੇ ਆਪਾਂ ਅੱਗੇ ਦੇਖਦੇ ਹਾਂ ਨੰਬਰ ਕਿਹੜੇ ਮੈਂਬਰ ਆ। ਠੀਕ ਆ, ਅਤੇ ਮੇਨਲੀ ਇਹਦੇ ਵਿੱਚ ਕੰਟਰੀਆਂ ਸੀਗੀਆਂ ਆਪਣੇ ਕੋਲ ਯੂਰਪ ਦੀਆਂ। ਠੀਕ ਆ, ਸਟਾਰਟਿੰਗ ਰੱਖਿਓ ਇਹਦੀ ਵਾਸ਼ਿੰਗਟਨ ਟ੍ਰੀਟੀ ਵਗੈਰਾ ਇੱਦਾਂ ਦਾ ਪੁੱਛ ਲੈਂਦੇ ਹੁੰਦੇ ਆ। ਓਰੀਜਨਲ ਮੈਂਬਰ ਕਿਹੜੇ ਸੀਗੇ? ਵੈਸੇ ਇੰਨਾ ਡੀਪ ਨਹੀਂ ਜਾਣਗੇ, ਬਟ ਤੁਸੀਂ ਧਿਆਨ ਰੱਖ ਲਓ, ਜਿਵੇਂ ਬੈਲਜੀਅਮ ਹੋ ਗਿਆ, ਕੈਨੇਡਾ ਹੋ ਗਿਆ, ਡੈਨਮਾਰਕ ਹੋ ਗਿਆ, ਫਰਾਂਸ ਹੋ ਗਿਆ, ਆਈਸਲੈਂਡ ਹੋ ਗਿਆ, ਇਟਲੀ ਹੋ ਗਿਆ, ਲਗਜ਼ਨਬਰਗ ਹੋ ਗਿਆ। ਇਹ ਕੁਛ ਉਹ ਕੰਟਰੀਜ਼ ਜਿਹੜੀਆਂ ਇਨੀਸ਼ੀਅਲੀ ਮੈਂਬਰ ਸੀਗੀਆਂ। ਉਦੋਂ ਬਾਅਦ ਹੈਗੀਆਂ ਜਿਹੜੀਆਂ ਉਦੋਂ ਬਾਅਦ ਕੰਟਰੀਜ਼ ਜੁੜੀਆਂ, ਓਰੀਜਨਲ ਤੋਂ ਬਾਅਦ ਜਿਹੜੀਆਂ ਸਟਾਰਟਿੰਗ ਸੀਗੀਆਂ, ਉਦੋਂ ਬਾਅਦ ਕੰਟਰੀਆਂ ਜੁੜਦੀਆਂ ਸਾਡੇ ਕੋਲ ਤੁਰਕੀ ਜੁੜ ਗਿਆ ਇਹਨਾਂ ਨਾਲ, ਵੈਸਟ ਜਰਮਨੀ ਜੁੜ ਗਿਆ ਸੀਗਾ, ਸਪੇਨ ਜੁੜ ਗਿਆ, ਫਿਰ ਸਾਡੇ ਕੋਲ ਕ੍ਰੀਜ਼ ਰਿਪਬਲਿਕ ਜੁੜ ਗਿਆ, ਹੰਗਰੀ ਜੁੜ ਗਿਆ, ਬੁਲਗੇਰੀਆ ਜੁੜ ਗਿਆ, ਪੋਲੈਂਡ ਜੁੜ ਗਿਆ। ਇਹ ਕਾਫੀ ਸਾਰੀਆਂ ਕੰਟਰੀਜ਼ ਜੁੜੀਆਂ ਸੀਗੀਆਂ। ਹੁਣ ਕੁਐਸਚਨ, ਇੰਨੀਆਂ ਕੰਟਰੀਜ਼ ਯਾਦ ਰੱਖਣੀਆਂ ਆਪਣੇ ਲਈ ਈਜ਼ੀ ਨਹੀਂ ਹੈਗੀਆਂ। ਐਗਜ਼ਾਮੀਨਰ ਨੂੰ ਵੀ ਪਤਾ ਆ, ਜਾਂ ਤਾਂ ਉਹ ਤੁਹਾਨੂੰ ਕੁਐਸਚਨ ਪੁੱਛੂਗਾ ਉੱਪਰਲੇ ਇਸ ਪਾਰਟ ਤੋਂ, ਨਾਟੋ ਦੀ ਫੁੱਲ ਫਾਰਮ ਪੁੱਛ ਲਈਏ, ਕਿਹੜੀ ਅਲਾਇੰਸ ਹੈ, ਮਿਲਟਰੀ ਅਲਾਇੰਸ ਹੈ, ਕਦੋਂ ਇਹ ਬਣੀਆਂ ਵਗੈਰਾ ਵਗੈਰਾ। ਉਦੋਂ ਬਾਅਦ ਹੁਣ ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਰਸ਼ੀਆ ਅਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਸੀਗਾ। ਕੁਐਸਚਨ ਇੱਕ ਤਾਂ ਇਹਦਾ ਆਪਾਂ ਹੈੱਡਕੁਆਟਰ ਜ਼ਰੂਰ ਯਾਦ ਰੱਖਣਾ, ਬੈਲਜੀਅਮ ਦੇ ਵਿੱਚ ਆ। ਠੀਕ ਹੈ, ਹੈੱਡਕੁਆਟਰ ਕਿੱਥੇ ਹੈ ਜੀ? ਬੈਲਜੀਅਮ ਦੇ ਵਿੱਚ। ਉਦੋਂ ਬਾਅਦ ਆਪਾਂ ਜਿਹੜੀਆਂ ਲੇਟੈਸਟ ਕੰਟਰੀ ਐਡ ਹੋਈਆਂ ਆਪਾਂ ਉਹ ਯਾਦ ਰੱਖ ਸਕਦੇ ਹਾਂ, ਜਿਵੇਂ ਵੀ ਮੈਕਡੋਨੀਆ ਹੋ ਗਈ, ਇੱਕ ਲੇਟੈਸਟ ਕੰਟਰੀ ਐਡ ਹੋਈ ਹੈ ਇਹਦੇ ਵਿੱਚ, ਮੈਕਡੋਨੀਆ, ਇਹ ਬਹੁਤ ਇੰਪੋਰਟੈਂਟ ਹੈ, ਇਹ ਯਾਦ ਰੱਖ ਲਿਓ। ਸਲੋਵਾਕੀਆ ਹੋ ਗਈ, ਇਹ ਵੀ ਥੋੜ੍ਹਾ ਟਾਈਮ ਪਹਿਲਾਂ ਜੁੜੀ ਆ। ਠੀਕ ਹੈ, ਹੁਣ ਆਪਾਂ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕੁਐਸਚਨ ਕਿੱਥੋਂ ਬਣੂਗਾ, ਦੇਖੋ ਇੱਕ ਤਾਂ ਅਸੀਂ ਇਹਦੇ ਮੈਂਬਰ ਦੇਖ ਲੈਣੇ ਆ, ਇੱਕ ਓਵਰਵਿਊ ਜਿਹਾ ਲੈ ਲਓ। ਸਾਡੇ ਕੋਲ ਨਾਰਥ ਜਿਹੜਾ ਆਪਣੇ ਅਮਰੀਕਾ ਆ, ਉਹਦੀਆਂ ਜਿਹੜੀਆਂ ਦੋ ਮੇਨ ਕੰਟਰੀਜ਼ ਆ, ਯੂਨਾਈਟਡ ਸਟੇਟ ਐਂਡ ਕੈਨੇਡਾ, ਉਹ ਤਾਂ ਇਹਦਾ ਮੈਂਬਰ ਹੈਗੀਆਂ। ਉਦੋਂ ਬਾਅਦ ਯੂਰੋਪ ਦੀਆਂ ਲਗਭਗ ਸਾਰੀਆਂ ਕੰਟਰੀਜ਼ ਹੀ ਇਹਦਾ ਪਾਰਟ ਨੇ, ਯੂਰੋਪ ਦੀਆਂ ਤੁਰਕੀ ਤੱਕ। ਠੀਕ ਆ, ਸਾਰੀਆਂ ਕੰਟਰੀ, ਡੈਨਮਾਰਕ ਲੈ ਕੇ, ਨਾਰਵੇ ਤੋਂ ਲੈ ਕੇ, ਸਾਰੀਆਂ ਇਹਦੀਆਂ ਕੰਟਰੀਜ਼ ਪਾਰਟ ਨੇ। ਹੁਣ ਅਸੀਂ ਦੇਖਣਾ ਕਿ ਜਿਹੜਾ ਯੂਕਰੇਨ ਤਾਂ ਇਹਦਾ ਮੈਂਬਰ ਨਹੀਂ ਹੈਗਾ, ਪਹਿਲੀ ਗੱਲ। ਠੀਕ ਆ, ਬਹੁਤ ਜ਼ਰੂਰੀ ਹੈ, ਯੂਕਰੇਨ ਦਾ ਮੈਂਬਰ ਨਹੀਂ ਹੈਗਾ, ਕਿਉਂਕਿ ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਵਾਰ ਆ ਉਹ ਇਸੇ ਕਰਕੇ ਹੋਈ ਸੀਗੀ। ਯੂਕਰੇਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ, ਲੇਕਿਨ ਰਸ਼ੀਆ ਨਹੀਂ ਸੀ ਚਾਹੁੰਦਾ ਕਿ ਉਹ ਇਹਦਾ ਮੈਂਬਰ ਬਣੇ। ਹੁਣ ਆਪਾਂ ਦੇਖਣਾ ਯੂਕਰੇਨ ਦੀਆਂ ਪੜੋਸੀ ਕੰਟਰੀਜ਼ ਕਿਹੜੀਆਂ ਆ, ਅਤੇ ਜੋ ਇਹਦੀਆਂ ਮੈਂਬਰ ਹੈਗੀਆਂ ਜਾਂ ਨਹੀਂ ਹੈਗੀਆਂ। ਠੀਕ ਆ, ਯੂਕੇ ਦੀਆਂ ਜਿੰਨੀਆਂ ਵੀ ਪੜੋਸੀ ਕੰਟਰੀਜ਼ ਆ, ਚਾਹੇ ਉਹ ਆਪਾਂ ਗੱਲ ਕਰੀਏ ਰੋਮਾਨੀਆ ਦੀ, ਉਹ ਵੀ ਇਹਦਾ ਮੈਂਬਰ ਆ ਨਾਟੋ ਦਾ। ਚਾਹੇ ਆਪਾਂ ਗੱਲ ਕਰੀਏ ਹੰਗਰੀ ਦੀ, ਉਹ ਵੀ ਇਹਦਾ ਮੈਂਬਰ ਆ। ਸਲੋਵਾਕੀਆ, ਉਹ ਵੀ ਇਹਦਾ ਮੈਂਬਰ ਆ। ਪੋਲੈਂਡ, ਉਹ ਵੀ ਇਹਦਾ ਮੈਂਬਰ ਆ। ਬੈਲਾਰੂਸ ਇਹਦਾ ਮੈਂਬਰ ਨਹੀਂ ਹੈਗਾ। ਠੀਕ ਆ, ਨਾਟੋ ਦਾ। ਤਾਂ ਯਾਦ ਰੱਖਿਓ, ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ, ਇਹ ਉਹ ਕੰਟਰੀਜ਼ ਨੇ ਜੋ ਕਿ ਮੈਂਬਰ ਨੇ ਨਾਟੋ ਦੀਆਂ।
ठीक है। एक बार आप इत्थे भी देख लेंगे, आ देखो जी, रोमानिया, हंगरी, ठीक है, पोलैंड हो गया, स्लोवाकिया हो गया, ਇਹ ਇਹਦੀਆਂ ਮੈਂਬਰ ਨੇ। ਲੇਕਿਨ ਮੈਂ ਜਿਵੇਂ ਦੱਸਿਆ ਤੁਹਾਨੂੰ ਕਿ ਬੈਲਾਰੂਸ ਇਹਦਾ ਮੈਂਬਰ ਨਹੀਂ ਹੈਗਾ ਨਾਟੋ ਦਾ, ਯੂਕਰੇਨ ਵੀ ਮੈਂਬਰ ਨਹੀਂ ਹੈਗਾ, ਅਤੇ ਉਸ ਤੋਂ ਬਾਅਦ ਹੈਗਾ ਮੋਲਡੋਵਾ, ਉਹ ਵੀ ਇਹਦਾ ਮੈਂਬਰ ਨਹੀਂ ਹੈਗਾ ਯੂਕਰੇਨ ਦਾ। ਬਾਕੀ ਸਾਰੀਆਂ ਕੰਟਰੀਜ਼ ਯੂਕਰੇਨ ਦਾ ਆਪਣੇ ਨਾਟੋ ਦਾ ਮੈਂਬਰ ਹੈਗੀਆਂ ਨੇ, ਠੀਕ ਆ। ਇਹ ਕੁਛ ਕੁ ਇੰਪੋਰਟੈਂਟ ਗੱਲਾਂ ਸੀਗੀਆਂ ਜਿਹੜੀਆਂ ਅਸੀਂ ਯਾਦ ਰੱਖ ਸਕਦੇ ਸੀਗੇ। ਇੱਥੋਂ ਕੁਐਸਚਨ ਬਣਦਾ, ਮੈਂ ਤਰੀਕਾ ਦੱਸ ਰਿਹਾ ਕਿ ਕਿੱਥੋਂ ਕੁਐਸਚਨ ਬਣੂਗਾ। ਇੱਕ ਹੋਰ ਆ ਸੀ ਆਫ ਅਜ਼ੋਬ, ਇਹ ਵੀ ਯਾਦ ਰੱਖ ਸਕਦੇ ਹੋ। ਉਦੋਂ ਬਾਅਦ ਸਾਡੇ ਕੋਲ ਬਲੈਕ ਸੀ, ਅਤੇ ਇੱਕ ਕੁਐਸਚਨ ਆ ਮੇਰੇ ਕੋਲ ਤੁਹਾਡੇ ਲਈ, ਜਿਹੜਾ ਬਲੈਕ ਸੀ ਆ ਅਤੇ ਸੀ ਆਫ ਅਜ਼ੋਬ ਆ, ਉਹਨਾਂ ਨੂੰ ਕਨੈਕਟ ਕਰਨ ਦੇ ਲਈ ਕਿਤੇ ਸਟ੍ਰੇਟ ਯੂਜ਼ ਕੀਤੀ ਜਾਂਦੀ ਹੈ, ਸਟ੍ਰੇਟ ਆ ਇੱਕ, ਠੀਕ ਆ। ਤੁਸੀਂ ਉਸ ਸਟ੍ਰੇਟ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ, ਪਲੀਜ਼ ਮੈਨੂੰ ਦੱਸਿਓ ਸਟ੍ਰੇਟ ਕਿਹੜੀ ਆ। ਐਗਜ਼ਾਮ ਬਣ ਸਕਦਾ ਇੱਦਾਂ ਦਾ ਕੁਐਸਚਨ, ਦੇ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਸਕਦਾ। ਨੈਕਸਟ ਨਿਊਜ਼ ਆਪਣੇ ਕੋਲ ਪੈਂਗੋਂਗ ਸੋ ਲੇਕ। ਪੈਂਗੋਂਗ ਸੋ ਲੇਕ ਬੜੀ ਨਿਊਜ਼ ਦੇ ਵਿੱਚ ਰਹੀ ਆ। ਕਾਰਨ ਕੀ ਆ? ਇੰਡੀਆ ਅਤੇ ਚਾਈਨਾ ਦਾ ਸਟੈਂਡ ਆਫ। ਉਦੋਂ ਬਾਅਦ ਵੀ ਨਿਊਜ਼ ਦੇ ਵਿੱਚ ਆਈ ਹੈ ਕਿਉਂਕਿ ਚਾਈਨਾ ਨੇ ਇੱਥੇ ਇੱਕ ਰੋਡ ਬਿਲਡ ਕਰਤਾ, ਇੱਕ ਨਵਾਂ ਬ੍ਰਿਜ ਬਣਾ ਲਿਆ ਪੈਂਗੋਂਗ ਸੋ ਨੂੰ, ਜੋ ਕਿ ਇਹਨੂੰ ਇੱਕ ਐਡੀਸ਼ਨਲ ਐਕਸੈਸ ਦਊਗਾ ਇੰਡੀਆ ਦੇ ਤੱਕ, ਜਿਹੜਾ ਬਾਰਡਰ ਹੈ ਉੱਥੇ ਤੱਕ, ਜੋ LAC ਆ ਉੱਥੋਂ ਤੱਕ ਆਪਣੇ ਟਰੂਪ ਪਹੁੰਚਾਉਣ ਦੀ। ਤਾਂ ਨਿਊਜ਼ ਦੇ ਵਿੱਚ ਇਹ ਏਰੀਆ ਆ, ਯਾਦ ਰੱਖੋ ਪੈਂਗੋਂਗ ਸੋ ਲੇਕ ਇਸ ਟਾਈਮ ਲੱਦਾਖ ਦੇ ਵਿੱਚ ਆ। ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਆ, ਕਿੱਥੇ ਜੀ? ਇਹ ਲੱਦਾਖ ਦੇ ਵਿੱਚ। ਹੁਣ ਆਪਾਂ ਉਹ ਏਰੀਆ ਦੇਖਣਾ ਆ ਮੈਪ ਦੇ ਜ਼ਰੀਏ, ਜਿਹੜਾ ਕਿ ਇਸ ਨਿਊਜ਼ ਦੇ ਕਰਕੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਜੀ। ਦੇਖੋ ਇਹ ਨਾਰਥ ਈਸਟ ਦਾ ਏਰੀਆ ਆ ਰਹੀ ਸਾਡੇ ਕੋਲੇ ਪੈਂਗੋਂਗ ਸੋ ਲੇਕ। ਧਿਆਨ ਨਾਲ ਦੇਖਿਓ, ਬਹੁਤ ਹੀ ਧਿਆਨ ਨਾਲ ਮੈਂ ਦਿਖਾਊਂਗਾ, ਇੱਥੋਂ ਕੁਐਸਚਨ ਬਹੁਤ ਬਣਦੇ ਹੁੰਦੇ ਆ। ਇਹ ਰਹੀ ਪੈਂਗੋਂਗ ਸੋ ਲੇਕ, ਇਹ ਨਾਰਥ ਇੰਡੀਆ ਦਾ ਪਾਰਟ ਆ ਆਪਣੇ ਕੋਲੇ, ਠੀਕ ਆ। ਏਰੀਆ ਸਾਡੇ ਕੋਲੇ ਜੀ ਆਪਣੇ ਕੋਲ ਹੈਗਾ LAC, ਲਾਈਨ ਆਫ ਐਕਚੁਅਲ ਕੰਟਰੋਲ, ਰੈੱਡ ਡੋਟਡ ਲਾਈਨ ਆ, ਇਹ ਲਾਈਨ ਆਫ ਐਕਚੁਅਲ ਕੰਟਰੋਲ ਆ। ਗਲਵਾਨ ਵੈਲੀ ਬਹੁਤ ਨਿਊਜ਼ 'ਚ ਰਹੀ ਆ, ਤੁਸੀਂ ਸੁਣਿਆ, ਜਿੱਥੇ ਇੰਡੀਆ ਅਤੇ ਚਾਈਨਾ ਦੇ ਜਿਹੜੇ ਫੌਜੀ ਸੀਗੇ ਆਪਸ ਵਿੱਚ ਭਿੜੇ ਸੀਗੇ, ਅਤੇ ਇੰਡੀਆ ਦੇ ਕੁਛ ਫੌਜੀ ਸੀ ਜੋ ਸ਼ਹੀਦ ਹੋਏ ਸੀਗੇ, ਅਤੇ ਕੁਛ ਫੌਜੀ ਜਿਹੜੇ ਸੀਗੇ ਉਹ ਚਾਈਨਾ ਦੇ ਵੀ ਸ਼ਹੀਦ ਹੋ ਗਏ ਸੀਗੇ। ਇਹ ਉਹ ਗਲਵਾਨ ਵੈਲੀ ਆ, ਜਦੋਂ ਇਹ ਏਰੀਆ ਗਲਵਾਨ ਵੈਲੀ ਦਾ ਨਿਊਜ਼ ਦੇ ਵਿੱਚ ਸੀਗਾ। ਇੱਕ ਅਕਸਾਈ ਚੀਨ ਦਾ ਨਾਮ ਤੁਸੀਂ ਸੁਣਿਆ ਹੋਊਗਾ, ਇਹ ਉਹ ਪਾਰਟ ਆ ਜੋ ਅਕਸਾਈ ਚੀਨ ਆ ਹੈਗਾ ਇੰਡੀਆ ਦਾ, ਲੇਕਿਨ ਇਹ 'ਤੇ ਕੰਟਰੋਲ ਹੈਗਾ ਚਾਈਨਾ ਦਾ 1962 ਦੀ ਵਾਰ ਦੇ ਵਿੱਚ, ਠੀਕ ਆ। ਇਹ ਉਹ ਏਰੀਆ ਆ, ਠੀਕ ਆ, ਯਾਦ ਰੱਖਿਓ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਇੱਕ ਹੋਰ ਏਰੀਆ ਸਿਆਚਿਨ ਗਲੇਸ਼ੀਅਰ। ਇਹ ਉਹ ਏਰੀਆ ਆ ਸਿਆਚਿਨ ਗਲੇਸ਼ੀਅਰ, ਜਿਹੜਾ ਕਿ ਕੰਟਰੋਲ ਇੰਡੀਆ ਦੇ ਦੁਆਰਾ ਕੀਤਾ ਜਾਂਦਾ, ਲੇਕਿਨ ਚਾਈਨਾ ਆਪਣਾ ਪਾਕਿਸਤਾਨ ਕਹਿੰਦਾ ਇਹ ਸਾਡਾ ਆ। ਫਿਰ ਸਾਡੇ ਕੋਲ ਹੈਗਾ ਸਕਸ਼ਮ ਵੈਲੀ, ਇਹ ਵੀ ਬਹੁਤ ਨਿਊਜ਼ 'ਚ ਰਹਿੰਦੀ ਹੈ ਸਕਸ਼ਮ ਵੈਲੀ। ਇਹ ਉਹ ਏਰੀਆ ਆ ਜਿਹੜਾ ਪਾਕਿਸਤਾਨ ਨੇ ਚਾਈਨਾ ਨੂੰ ਦੇ ਦਿੱਤਾ ਸੀਗਾ, ਲੇਕਿਨ ਹੈ ਇਹ ਇੰਡੀਆ ਦਾ ਆ। ਉਦੋਂ ਬਾਅਦ ਹੈਗਾ ਸਾਡੇ ਕੋਲ LOC, ਲਾਈਨ ਆਫ ਐਕਚੁਅਲ ਕੰਟਰੋਲ, ਜਿੱਥੇ ਮੈਂ ਮਾਰਕ ਕਰ ਰਿਹਾ, ਇਹ ਹੁਣ ਪਾਕਿਸਤਾਨ ਵਾਲਾ ਲੱਗਿਆ। ਇਹ ਏਰੀਆ ਜੋ ਕਿ POK ਹੈ, ਇਹ ਹੈ ਇੰਡੀਆ ਦਾ, ਇੰਡੀਆ ਇਹਨੂੰ ਕਲੇਮ ਕਰਦਾ, ਲੇਕਿਨ ਕੰਟਰੋਲ ਕਿਹਦੇ 'ਚ ਆ? ਇਹ ਪਾਕਿਸਤਾਨ ਦੇ ਕੰਟਰੋਲ ਦੇ ਵਿੱਚ, ਠੀਕ ਆ। ਇਹ ਕੁਛ ਇੰਪੋਰਟੈਂਟ ਚੀਜ਼ਾਂ ਸੀਗੀਆਂ ਜਿਹੜੀਆਂ ਅਸੀਂ ਯਾਦ ਕਰਨੀਆਂ। ਪੈਂਗੋਂਗ ਸੋ ਲੇਕ ਹੋ ਗਿਆ, ਸਾਡੇ ਕੋਲ ਗਲਵਾਨ ਵੈਲੀ ਹੋ ਗਿਆ, ਅਕਸਾਈ ਚੀਨ ਹੋ ਗਿਆ, ਸਿਆਚਿਨ ਗਲੇਸ਼ੀਅਰ ਹੋ ਗਿਆ ਆ, ਸਕਸ਼ਮ ਵੈਲੀ ਹੋ ਗਿਆ ਆ, POK ਹੋ ਗਿਆ ਆ, LOC ਹੋ ਗਿਆ, LAC ਹੋ ਗਿਆ, ਕਾਰਗਿਲ ਆ ਰਿਹਾ, ਲੇਹ ਆ ਰਿਹਾ ਆ, ਸ਼੍ਰੀਨਗਰ ਆ ਰਿਹਾ, ਠੀਕ ਆ। ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜੋ ਅਸੀਂ ਇਹਨਾਂ ਨੂੰ ਧਿਆਨ ਨਾਲ ਦੇਖਣਾ ਹੁੰਦਾ, ਇੱਥੋਂ ਕੁਐਸਚਨ ਬਣਦਾ ਹੁੰਦਾ। ਚਲੋ ਅੱਗੇ ਚੱਲਦੇ ਹਾਂ। ਉਦੋਂ ਬਾਅਦ ਹੈਗਾ ਸਾਡੇ ਕੋਲ ਨਿਊ ਬ੍ਰਿਜ ਇੰਡੀਆ ਐਂਡ ਨੇਪਾਲ। ਨਿਊਜ਼ ਇਹ ਆ, ਇੰਡੀਆ ਅਤੇ ਨੇਪਾਲ ਦੇ ਵਿੱਚ ਇੱਕ ਬ੍ਰਿਜ ਨਵਾਂ ਬਣ ਰਿਹਾ ਆ। ਹੁਣੇ ਇਹਨੂੰ ਕਲੀਅਰ ਕੀਤਾ ਗਿਆ ਸਾਡੀ ਯੂਨੀਅਨ ਕੈਬਨਿਟ ਦੇ ਦੁਆਰਾ, ਤਾਂ ਕਿ ਅਸੀਂ ਉਹ ਬ੍ਰਿਜ ਬਣਾ ਸਕੀਏ। ਜਿਹੜਾ ਇਹ ਬ੍ਰਿਜ ਹੈ ਬਣ ਰਿਹਾ ਆ ਮਹਾਕਾਲੀ ਰਿਵਰ 'ਤੇ, ਜੋ ਕਿ ਲਿੰਕ ਕਰੂਗਾ ਉੱਤਰਾਖੰਡ ਅਤੇ ਨੇਪਾਲ ਨੂੰ। ਹੁਣ ਆਪਾਂ ਦੇਖਣਾ ਮਹਾਕਾਲੀ ਰਿਵਰ ਕੀ ਆ। ਮਹਾਕਾਲੀ ਰਿਵਰ ਨੂੰ ਅਸੀਂ ਸ਼ਾਰਦਾ ਰਿਵਰ ਜਾਂ ਫਿਰ ਕਾਲੀ ਗੰਗਾ ਦੇ ਨਾਮ ਨਾਲ ਵੀ ਜਾਣਦੇ ਹਾਂ ਉੱਤਰਾਖੰਡ ਦੇ ਵਿੱਚ। ਇਹ ਰਿਵਰ ਜਿਹੜੀ ਆ ਅੱਗੇ ਆ ਕੇ ਗੰਗਾ ਰਿਵਰ ਦੀ ਇੱਕ ਟ੍ਰਿਬਿਊਟਰੀ ਆ, ਉਹਨੂੰ ਜਾ ਕੇ ਮਿਲ ਜਾਂਦੀ ਆ, ਜਿਹੜੀ ਹੈਗੀ ਆ ਘੱਗਰ। ਘੱਗਰ ਰਿਵਰ ਗੰਗਾ ਦੀ ਟ੍ਰਿਬਿਊਟਰੀ ਆ। ਪਹਿਲਾਂ ਤਾਂ ਕਾਲੀ ਰਿਵਰ ਘੱਗਰ ਨੂੰ ਆ ਕੇ ਮਿਲੂਗੀ, ਇਹ ਘੱਗਰ ਅੱਗੇ ਜਾ ਕੇ ਗੰਗਾ ਨੂੰ ਮਿਲਦੀ ਆ, ਠੀਕ ਆ। ਹੁਣ ਆਪਾਂ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਮਿਲਦੀ ਆ। ਹੁਣ ਆਪਾਂ ਥੋੜ੍ਹਾ ਜਿਹਾ ਮੈਪ ਦੇਖਦੇ ਹਾਂ, ਇਹਨਾਂ ਰਿਵਰਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆ ਰਿਹਾ ਸਾਡਾ ਉੱਤਰਾਖੰਡ ਵਾਲਾ ਪਾਰਟ, ਠੀਕ ਹੈ। ਇੱਥੇ ਹੈਗਾ ਸਾਡੇ ਕੋਲੇ ਉੱਤਰਾਖੰਡ, ਅਤੇ ਇੱਥੋਂ ਕਾਲੀ ਰਿਵਰ ਸਟਾਰਟ ਹੁੰਦੀ ਹੈ ਜੀ, ਅੱਗੇ ਜਾ ਕੇ ਘੱਗਰ ਨੂੰ ਮਿਲਦੀ ਆ, ਅਤੇ ਘੱਗਰ ਜਿਹੜੀ ਆ ਅੱਗੇ ਜਾ ਕੇ ਗੰਗਾ ਨੂੰ ਮਿਲ ਜਾਂਦੀ ਆ, ਠੀਕ ਹੈ। ਉਮੀਦ ਹੈ ਤੁਹਾਨੂੰ ਰਹੂਗਾ। ਹੁਣ ਜਦੋਂ ਕਾਲੀ ਰਿਵਰ ਅਤੇ ਗੰਗਾ ਦੀ ਰਿਵਰ ਦੀ ਗੱਲ ਚੱਲੀ ਆ, ਤਾਂ ਕੁਛ ਇੱਦਾਂ ਦੇ ਏਰੀਏ ਨੇ ਜੋ ਕਿ ਕਾਫੀ ਨਿਊਜ਼ ਦੇ ਵਿੱਚ ਰਹਿੰਦੇ ਨੇ। ਚਮੋਲੀ ਡਿਸਟ੍ਰਿਕਟ ਤੁਸੀਂ ਸੁਣਿਆ ਹੋਣਾ, ਬਹੁਤ ਉਹ ਨਿਊਜ਼ 'ਚ ਸੀਗਾ ਉੱਤਰਾਖੰਡ ਦਾ, ਉੱਥੇ ਬੱਦਲ ਵਗੈਰਾ ਫਟੇ ਸੀਗੇ, ਉਸ ਕਰਕੇ ਉਸ ਏਰੀਏ ਦੇ ਕੁਛ ਰਿਵਰਸ ਆ। ਆਪਣੇ ਕੋਲ ਆ ਰਹੀ ਜੀ ਗੰਗਾ ਰਿਵਰ, ਠੀਕ ਹੈ। ਉਮੀਦ ਹੈ ਤੁਸੀਂ ਇਹਦਾ ਨਾਮ ਸਾਰਿਆਂ ਨੇ ਸੁਣਿਆ ਹੋਊਗਾ। ਇਹ ਰਹੀ ਆਪਣੇ ਕੋਲ ਹੈਗਾ ਯਮੁਨਾ ਰਿਵਰ। ਹੁਣ ਮੈਂ ਇਹਨਾਂ ਦੀ ਸਟਾਰਟਿੰਗ 'ਚ ਲੈ ਕੇ ਚੱਲੂੰਗਾ। ਸਾਡੇ ਕੋਲ 4 ਧਾਮ ਆ, ਇੱਕ ਹੈਗਾ ਯਮਨੋਤਰੀ, ਇੱਕ ਹੈਗਾ ਸਾਡੇ ਕੋਲ ਗੰਗੋਤਰੀ, ਇੱਕ ਹੈਗਾ ਕੇਦਾਰਨਾਥ, ਅਤੇ ਇੱਕ ਹੈਗਾ ਸਾਡੇ ਕੋਲ ਬਦਰੀਨਾਥ। ਇਹਨਾਂ ਚਾਰਾਂ ਪੁਆਇੰਟਸ ਤੋਂ ਜੋ ਧਾਮ ਨੇ ਸਾਡੇ 4, ਇਹਨਾਂ ਤੋਂ 4 ਰਿਵਰਸ ਨਿਕਲਦੀਆਂ ਨੇ। ਯਮਨੋਤਰੀ ਤੋਂ ਯਮੁਨਾ ਨਿਕਲਦੀ ਆ, ਠੀਕ ਆ ਜੀ।
ਗੰਗੋਤਰੀ ਤੋਂ ਨਿਕਲਦੀ ਆ। ਵੈਸੇ ਆਪਾਂ ਸੁਣਿਆ ਕਿ ਗੰਗਾ ਰਿਵਰ ਆ ਗੰਗੋਤਰੀ ਜਿਹੜਾ ਸਾਡਾ ਗਲੇਸ਼ੀਅਰ ਉੱਥੋਂ ਸਟਾਰਟ ਹੁੰਦੀ ਹੈ, ਲੇਕਿਨ ਉੱਥੋਂ ਨਿਕਲਦੀ ਆ ਭਾਗੀਰਥੀ ਰਿਵਰ। ਠੀਕ ਆ, ਜਿਹੜੀ ਭਾਗੀਰਥੀ ਗੰਗੋਤਰੀ ਤੋਂ ਨਿਕਲਦੀ ਆ, ਉਦੋਂ ਬਾਅਦ ਇਹ ਅਲਕਨੰਦਾ, ਜਿਹੜੀ ਆਪਣੇ ਕੋਲ ਜੀ ਆਹ ਅਲਕਨੰਦਾ ਬਲੂ ਕਲਰ ਦੀ ਆ, ਇਹ ਨਿਕਲਦੀ ਆ ਬਦਰੀਨਾਥ ਤੋਂ। ਇਹ ਆ ਕੇ ਸਾਡੇ ਕੋਲ ਦੇਵ ਪ੍ਰਯਾਗ ਦੇ ਵਿੱਚ ਮਿਲਦੀ ਆ ਭਾਗੀਰਥੀ ਨੂੰ, ਅਤੇ ਉਦੋਂ ਬਾਅਦ ਬਣਦੀ ਆ ਗੰਗਾ। ਮਤਲਬ ਇਹ ਆ ਕਿ ਭਾਗੀਰਥੀ ਪਲੱਸ ਅਲਕਨੰਦਾ ਮਿਲ ਕੇ ਕੀ ਬਣਾਉਂਦੀਆਂ ਆ, ਗੰਗਾ ਰਿਵਰ। ਅਤੇ ਉਹ ਏਰੀਆ ਕਿਹੜਾ, ਦੇਵ ਪ੍ਰਯਾਗ ਦਾ। ਇੱਦਾਂ ਹੀ ਅਸੀਂ ਕੇਦਾਰਨਾਥ ਤੋਂ ਕਿਹੜੀ ਰਿਵਰ ਨਿਕਲਦੀ ਆ, ਮੰਦਾਕਣੀ। ਹੁਣ ਅਸੀਂ ਕੁਛ ਸਾਡੇ ਕੋਲ ਜਿਵੇਂ ਪ੍ਰਯਾਗ ਆ, ਦੇਵ ਪ੍ਰਯਾਗ ਆਪਾਂ ਦੇਖ ਲਿਆ, ਇੱਕ ਹੈਗਾ ਰੁਦਰ ਪ੍ਰਯਾਗ, ਫਿਰ ਹੈਗਾ ਕਣ ਪ੍ਰਯਾਗ, ਫਿਰ ਹੈਗਾ ਸਾਡੇ ਕੋਲ ਵਿਸ਼ਨੂੰ ਪ੍ਰਯਾਗ, ਆਨੰਦ ਪ੍ਰਯਾਗ, ਇਹ ਆਪਾਂ ਪ੍ਰਯਾਗ ਵੀ ਦੇਖਣੇ ਆ। ਜਿਹੜੀ ਅਲਕਨੰਦਾ ਰਿਵਰ ਆ ਉਹ ਸਾਰੀਆਂ ਦੇ ਨਾਲ ਮਿਲਦੀ ਆ, ਐਂਡ 'ਤੇ ਆ ਕੇ ਗੰਗਾ ਬਚਦੀ ਆ, ਅਤੇ ਉਹ ਅਲੱਗ-ਅਲੱਗ ਰਿਵਰ ਨਾਲ ਮਿਲ ਕੇ ਨਵੇਂ-ਨਵੇਂ ਪ੍ਰਯਾਗ ਬਣਾਉਂਦੀ ਆ। ਸਭ ਤੋਂ ਪਹਿਲਾਂ ਜਿਹੜੀ ਅਲਕਨੰਦਾ ਉਹ ਮਿਲਦੀ ਆ ਧੌਲੀ ਗੰਗਾ ਨੂੰ, ਉੱਥੇ ਬਣਦਾ ਆਪਣੇ ਕੋਲ ਵਿਸ਼ਨੂੰ ਪ੍ਰਯਾਗ। ਫਿਰ ਅਲਕਨੰਦਾ ਮਿਲਦੀ ਆ ਕੇ ਨੰਦਿਕਣੀ ਨੂੰ, ਨੰਦਿਕਣੀ ਨੂੰ ਆ ਕੇ ਮਿਲਦਾ ਜੀ ਨੰਦ ਪ੍ਰਯਾਗ। ਫਿਰ ਇਹ ਆ ਕੇ ਮਿਲਦੀ ਆ ਜੀ ਪਿੰਡਰ ਗੰਗਾ ਨੂੰ, ਅਤੇ ਪਿੰਡਰ ਗੰਗਾ ਨੂੰ ਜਾ ਕੇ ਮਿਲਦਾ ਆ ਕਣ ਪ੍ਰਯਾਗ। ਫਿਰ ਇਹ ਮਿਲਦੀ ਆ ਮੰਦੇਕਣੀ ਨੂੰ, ਅਤੇ ਮੰਦੇਕਣੀ ਨੂੰ ਮਿਲ ਕੇ ਬਣਦਾ ਰੁਦਰ ਪ੍ਰਯਾਗ। ਫਿਰ ਇਹ ਮਿਲਦੀ ਆ ਜੀ ਭਾਗੀਰਥੀ ਨੂੰ, ਅਤੇ ਭਾਗੀਰਥੀ ਜਦੋਂ ਮਿਲਦੀ ਆ ਉੱਥੇ ਬਣਦਾ ਆ ਦੇਵ ਪ੍ਰਯਾਗ, ਅਤੇ ਉਦੋਂ ਬਾਅਦ ਬਣਦੀ ਆ ਗੰਗਾ ਰਿਵਰ। ਗੰਗਾ ਅਤੇ ਯਮੁਨਾ ਉਦੋਂ ਬਾਅਦ ਮਿਲਦੀਆਂ ਆ। ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਕਿ ਉਹ ਕਿਹੜਾ ਏਰੀਆ ਆ ਜਿੱਥੇ ਜਾ ਕੇ ਗੰਗਾ ਅਤੇ ਯਮੁਨਾ ਆਪਸ ਵਿੱਚ ਮਿਲਦੀਆਂ ਨੇ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਹੁਣ ਆਪਾਂ ਗੰਗਾ ਰਿਵਰ ਨੂੰ ਵੀ ਦੇਖ ਲਈਏ ਧਿਆਨ ਨਾਲ, ਕਿਉਂਕਿ ਰਿਵਰ ਅਤੇ ਮੈਪ ਦੇ ਵਿੱਚੋਂ ਕੁਐਸਚਨ ਬਹੁਤ ਬਣਦੇ ਆ। ਸਾਡੀ ਜਿਹੜੀ ਗੰਗਾ ਰਿਵਰ ਆ ਉਹ ਸਟਾਰਟ ਹੁੰਦੀ ਆ, ਆਪਾਂ ਹੁਣੇ ਦੇਖਿਆ ਜੀ ਗੰਗੋਤਰੀ ਤੋਂ, ਉੱਥੋਂ ਸਟਾਰਟ ਹੁੰਦੀ ਆ ਭਾਗੀਰਥੀ, ਅਤੇ ਉਹ ਆ ਕੇ ਮਿਲਦੀ ਆ ਦੇਵ ਪ੍ਰਯਾਗ ਦੇ ਵਿੱਚ। ਇਹ ਜੀ ਸਾਡੀ ਗੰਗਾ ਆ ਰਹੀ ਆ ਥੱਲੇ ਨੂੰ। ਠੀਕ ਆ, ਗੰਗਾ ਟਰੈਵਲ ਕਰਦੀ ਕਰਦੀ, ਗੰਗਾ ਦੀਆਂ ਆਪਾਂ ਦੇਖਣੀਆਂ ਜੀ ਲੈਫਟ ਬੈਂਕ ਟ੍ਰਿਬਿਊਟਰੀਜ਼। ਇੱਕ ਹੈਗੀ ਆ ਰਾਮ ਗੰਗਾ, ਠੀਕ ਆ, ਇੱਕ ਹੈਗੀ ਆ ਗੋਮਤੀ, ਘੱਗਰ, ਗੰਡਕ, ਕੋਸੀ ਨੂੰ ਅਸੀਂ ਕਹਿੰਦੇ ਆ ਸੌਰਵ ਆਫ ਬਿਹਾਰ। ਠੀਕ ਆ, ਇਹ ਉਹ ਰਿਵਰਸ ਨੇ ਜੋ ਕਿ ਟ੍ਰਿਬਿਊਟਰੀਜ਼ ਨੇ, ਲੈਫਟ ਬੈਂਕ ਟ੍ਰਿਬਿਊਟਰੀਜ਼ ਗੰਗਾ ਦੀਆਂ। ਉਦੋਂ ਦਾ ਆਪਾਂ ਦੇਖਦੇ ਹਾਂ ਰਾਈਟ ਬੈਂਕ ਟ੍ਰਿਬਿਊਟਰੀ। ਰਾਈਟ ਬੈਂਕ ਟ੍ਰਿਬਿਊਟਰੀ ਇੱਕ ਤਾਂ ਹੈਗੀ ਆ ਯਮੁਨਾ, ਇਹ ਵੀ ਗੰਗਾ ਨੂੰ ਆ ਕੇ ਮਿਲਦੀ ਆ। ਇੱਕ ਹੈਗੀ ਆ ਸੋਨ ਰਿਵਰ, ਇਹ ਵੀ ਰਾਈਟ ਬੈਂਕ ਟ੍ਰਿਬਿਊਟਰੀ ਗੰਗਾ ਦੀ ਆ। ਅਤੇ ਜਿਹੜੀਆਂ ਸਾਡੇ ਕੋਲ ਹੈਗੀਆਂ ਆ ਬੇਟਵਾ, ਚੰਬਲ, ਬਾਨਸ, ਇਹ ਸਾਰੀਆਂ ਯਮੁਨਾ ਦੀਆਂ ਟ੍ਰਿਬਿਊਟਰੀਜ਼ ਨੇ। ਇਹ ਕੁਛ ਕੁ ਧਿਆਨ ਰੱਖਣ ਜੋ ਗੱਲਾਂ ਨੇ, ਇੱਥੋਂ ਕੁਐਸਚਨ ਬਣਦਾ ਹੁੰਦਾ। ਠੀਕ ਆ, ਯਾਦ ਰੱਖਿਓ ਯਮੁਨਾ ਦੀਆਂ ਟ੍ਰਿਬਿਊਟਰੀਜ਼ ਕਿਹੜੀਆਂ ਆ, ਚੰਬਲ ਰਿਵਰ। ਆਪਾਂ ਹੁਣੇ ਅੱਜ ਦੀ ਕਲਾਸ ਦੇ ਵਿੱਚ ਇੱਕ ਡੈਮ ਦਾ ਨਾਮ ਪੜ੍ਹਿਆ ਸੀਗਾ ਜੋ ਕਿ ਚੰਬਲ ਰਿਵਰ 'ਤੇ ਸੀਗਾ। ਤੁਸੀਂ ਉਸ ਡੈਮ ਦਾ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਇਹ ਯਾਦ ਆ ਤਾਂ ਇੱਦਾਂ ਹੀ ਦੱਸ ਦਿਓ, ਨਹੀਂ ਤਾਂ ਇੱਕ ਵਾਰ ਵੀਡੀਓ ਦੇਖਿਓ ਫਿਰ ਦੱਸਿਓ। ਠੀਕ ਹੈ, ਚਲੋ ਇਹ ਕੁਛ ਟ੍ਰਿਬਿਊਟਰੀ ਸੀਗੀਆਂ। ਉਸ ਤੋਂ ਬਾਅਦ ਗੰਗਾ ਰਿਵਰ ਐਂਟਰ ਕਰਦੀ ਆ ਸਾਡੇ ਕੋਲ ਆ ਕੇ ਜੀ ਬੰਗਲਾਦੇਸ਼ ਦੇ ਵਿੱਚ। ਲੇਕਿਨ ਬੰਗਲਾਦੇਸ਼ 'ਚ ਐਂਟਰ ਕਰਨ ਤੋਂ ਬਾਅਦ ਇਹ ਇੱਕ ਫਰੱਕਾ ਨਾਮ ਦੀ ਜਗ੍ਹਾ ਆ, ਜਿੱਥੇ ਆ ਕੇ ਇਹ ਦੋ ਪਾਰਟ ਦੇ ਵਿੱਚ ਡਿਵਾਈਡ ਹੋ ਜਾਂਦੀ ਆ। ਇਹਨੂੰ ਅਸੀਂ ਕਹਿੰਦੇ ਆ ਡਿਸਟ੍ਰੀਬਿਊਟਰੀ। ਅਤੇ ਗੰਗਾ ਦੀ ਇੱਕ ਡਿਸਟ੍ਰੀਬਿਊਟਰੀ ਆ ਜਿਹਦਾ ਨਾਮ ਹੈਗਾ ਸਾਡੇ ਕੋਲ ਹੁਗਲੀ ਰਿਵਰ। ਠੀਕ ਆ, ਹੁਗਲੀ ਰਿਵਰ। ਇੱਕ ਹੋਰ ਦਾਮੋਦਰ ਰਿਵਰ ਵੀ ਆ ਜਿਹੜੀ ਕਿ ਆ ਕੇ ਅੱਗੇ ਬੇ ਆਫ ਬੰਗਾਲ ਦੇ ਵਿੱਚ ਮਿਲ ਜਾਂਦੀ ਆ। ਅਤੇ ਵਰਲਡ ਦਾ ਸਭ ਤੋਂ ਵੱਡਾ ਡੈਲਟਾ ਬਣਾਉਂਦੀਆਂ ਦੋਨੇ ਰਿਵਰ, ਗੰਗਾ ਅਤੇ ਬ੍ਰਹਮਪੁੱਤਰਾ, ਦੋਨੋਂ ਰਿਵਰ ਵਰਲਡ ਦਾ ਸਭ ਤੋਂ ਵੱਡਾ ਡੈਲਟਾ। ਅਤੇ ਉਸ ਡੈਲਟੇ ਦਾ ਨਾਮ ਹੈਗਾ ਸੁੰਦਰਬਨ ਡੈਲਟਾ। ਠੀਕ ਆ, ਇਹਦੇ ਨਾਲ ਇੱਕ ਬ੍ਰਹਮਪੁੱਤਰਾ ਰਿਵਰ ਵੀ ਆ ਜਿਹੜੀ ਇੱਧਰੋਂ ਆਉਂਦੀ ਆ। ਠੀਕ ਆ, ਇਹ ਸਟਾਰਟ ਹੁੰਦੀ ਆ ਆਪਣੇ ਕੋਲ ਚਿਮਾਯੁਗਦੂ ਗਲੇਸ਼ੀਅਰ, ਇੱਕ ਉੱਥੋਂ ਸਟਾਰਟ ਹੁੰਦੀ ਆ ਚਾਈਨਾ ਦੇ ਵਿੱਚੋਂ। ਉੱਥੇ ਇਹਨੂੰ ਕਹਿੰਦੇ ਆ ਜੀ ਸਾਂਗਪੋ, ਉੱਥੇ ਦਾ ਨਾਮ ਹੈਗਾ ਸਾਂਗਪੋ। ਉੱਥੋਂ ਟਰੈਵਲ ਕਰਦੀ ਕਰਦੀ ਆਪਣੇ ਕੋਲ ਅਰੁਣਾਚਲ ਪ੍ਰਦੇਸ਼ 'ਚ ਐਂਟਰ ਕਰਦੀ ਆ। ਫਿਰ ਉਹ ਤੋਂ ਬਾਅਦ ਅਸਮ ਦੇ ਵਿੱਚ, ਅਸਮ 'ਚੋਂ ਹੁੰਦੀ ਹੋਈ ਇਹ ਬੰਗਲਾਦੇਸ਼ ਥਾਣੀ ਹੋ ਕੇ ਗੰਗਾ ਨੂੰ ਮਿਲ ਕੇ ਜਾ ਕੇ ਬੇ ਆਫ ਬੰਗਾਲ 'ਚ ਮਿਲ ਜਾਂਦੀ ਆ। ਇੱਦਾਂ ਹੀ ਆਪਾਂ ਯਮੁਨਾ ਦੇ ਨਾਲ, ਜਿਵੇਂ ਆਪਾਂ ਗੰਗਾ ਦੀਆਂ ਟ੍ਰਿਬਿਊਟਰੀਜ਼ ਯਾਦ ਕੀਤੀਆਂ, ਬ੍ਰਹਮਪੁੱਤਰ ਦੀਆਂ ਟ੍ਰਿਬਿਊਟਰੀਜ਼ ਆਪਣੇ ਕੋਲ ਹੈਗੀਆਂ ਆ। ਜਿਵੇਂ ਕਿ ਆਪਾਂ ਲੋਹਿਤ ਕਹੀਏ, ਇਹ ਵੀ ਇਹਦੀ ਟ੍ਰਿਬਿਊਟਰੀ ਆ। ਦਿਬਾਂਗ ਦੀ ਗੱਲ ਕਰਦੇ ਹਾਂ, ਇਹ ਵੀ ਇਹਦੀ ਟ੍ਰਿਬਿਊਟਰੀ ਆ। ਧਨਸਿਰੀ ਹੋ ਗਈ, ਇਹਦੀ ਵੀ ਟ੍ਰਿਬਿਊਟਰੀ ਆ। ਸੁਬਨਸਿਰੀ ਹੋ ਗਈ, ਇਹ ਵੀ ਇਹਦੀ ਟ੍ਰਿਬਿਊਟਰੀ ਆ। ਕਮੈਂਗ ਹੋ ਗਈ, ਇਹ ਵੀ ਇਹਦੀ ਟ੍ਰਿਬਿਊਟਰੀ ਆ। ਮਾਨਸ, ਇਹ ਵੀ ਇਹਦੀ ਟ੍ਰਿਬਿਊਟਰੀ ਆ। ਠੀਕ ਆ, ਇੱਕ ਹੋਰ ਆ ਸਾਡੇ ਕੋਲ ਤਿਸਤਾ ਰਿਵਰ। ਇਹ ਕੁਛ ਇੰਪੋਰਟੈਂਟ ਰਿਵਰਸ ਨੇ ਜੋ ਕਿ ਬ੍ਰਹਮਪੁੱਤਰਾ ਦੀਆਂ ਟ੍ਰਿਬਿਊਟਰੀਜ਼ ਨੇ। ਇਸ ਨੂੰ ਧਿਆਨ ਨਾਲ ਦੇਖੋ, ਬਹੁਤ ਇੰਪੋਰਟੈਂਟ ਏਰੀਆ ਹੈ, ਤੋਂ ਕੁਐਸਚਨ ਬਹੁਤ ਬਣਨ ਦੇ ਚਾਂਸਸ ਹੁੰਦੇ ਨੇ। ਠੀਕ ਆ, ਓਕੇ ਜੀ, ਇਹ ਸੀ ਸਾਡਾ ਅੱਜ ਦਾ ਲੈਕਚਰ। ਉਮੀਦ ਆ ਤੁਹਾਨੂੰ ਅੱਜ ਦਾ ਲੈਕਚਰ ਕਾਫੀ ਵਧੀਆ ਲੱਗਾ ਹੋਊਗਾ। ਕਾਫੀ ਇਨਫੋਰਮੇਟਿਵ ਹੈ, ਇਹਦੇ ਵਿੱਚ ਕਾਫੀ ਡਿਟੇਲ ਦਿੱਤੀ ਗਈ ਆ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜੋ PPSC ਦੇ ਐਗਜ਼ਾਮ ਨੇ ਉਹਨਾਂ ਦਾ ਲੈਵਲ ਕਾਫੀ ਹਾਈ ਆ, ਤੁਸੀਂ ਉਹਨੂੰ ਲਾਈਟਲੀ ਲੈ ਕੇ ਨਾ ਚੱਲਿਓ। ਜਿਵੇਂ ਕਿ ਕਈ ਹੁੰਦਾ, ਤੁਸੀਂ ਕਈ ਵਾਰ ਦੇਖਦੇ ਹੋ ਵਨ ਲਾਈਨਰ ਜੇ ਕਰੰਟ ਅਫੇਅਰ ਕਰ ਲੈਂਦੇ ਹੋ, ਉਹ ਕੰਮ ਨਹੀਂ ਆਉਣਗੇ ਜੀ, ਡਿਟੇਲ 'ਚ ਪੜ੍ਹਿਓ। ਠੀਕ ਆ, ਅਤੇ ਅਸੀਂ ਜਿਵੇਂ ਸਾਡੀ ਟੈਗਲਾਈਨ ਵੀ ਆ, ਇਸ ਤੋਂ ਬਾਅਦ ਕੁਝ ਨਹੀਂ ਆਊਗਾ। ਉਮੀਦ ਹੈ ਤੁਹਾਨੂੰ ਲੈਕਚਰ ਵਧੀਆ ਲੱਗਾ ਹੋਊਗਾ। ਜੇ ਲੈਕਚਰ ਵਧੀਆ ਲੱਗਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਜੋ ਵੀ ਕੁਐਸਚਨ ਪੁੱਛਿਆ ਉਹਨਾਂ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ, ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ। ਠੀਕ ਆ, ਕਿਸੇ ਵੀ ਤਰ੍ਹਾਂ ਦੀ ਕੁਐਰੀ ਚਾਹੀਦੀ ਹੈ ਤੁਹਾਨੂੰ PPSC ਦੇ ਨਾਲ ਰਿਲੇਟਡ, PCS ਦੇ ਐਗਜ਼ਾਮ ਦੇ ਨਾਲ ਰਿਲੇਟਡ, UPSC ਦੇ ਨਾਲ ਰਿਲੇਟਡ, ਜਾਂ ਹੋਰ ਕੋਈ ਵੀ ਪੰਜਾਬ ਸਟੇਟ ਦੇ ਜਿਹੜੇ ਐਗਜ਼ਾਮ ਆਉਣ ਵਾਲੇ ਆ, ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜੀ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।